गुरमुख होवै साध संग, होरत संग कुसंग ना रचै। भाई गुरदास साहब जी ਨੂੰ सवाल किया गया भी भाई साहब जी ਜਿਹੜਾ ਗੁਰਮੁਖ ਹੈ ਉਹਦੀ ਜ਼ਿੰਦਗੀ ਦੇ ਬਾਰੇ ਜੇਕਰ ਅਸੀਂ ਤੁਹਾਡੇ ਕੋਲੋਂ ਪੁੱਛੀਏ ਤੇ ਉਹ ਕਿੱਦਾਂ ਦਾ ਹੁੰਦਾ ਹੈ। ਮੈਂ ਇਸ ਗੱਲ ਤੋਂ ਗੱਲ ਸ਼ੁਰੂ ਕਰਾਂਗਾ ਮਹਾਰਾਜ ਜੀ ਤੋਂ ਮਾਫੀ ਮੰਗ ਕੇ। ਅਸੀਂ ਗੁਰਮੁਖਤਾਈ ਬਹੁਤ ਸੌਖੀ ਬਣਾ ਦਿੱਤੀ ਹੈ ਔਰ ਬੜੇ ਥੋਕ ਦੇ ਵਿੱਚ ਬੜੇ ਸਸਤੇ ਜਿਹੇ ਰੂਪ ਦੇ ਵਿੱਚ ਸਾਰਿਆਂ ਨੂੰ ਅਸੀਂ ਗੁਰਮੁਖ ਕਹਿ ਦਿੰਦੇ ਹਾਂ। ਗੁਰਮੁਖ ਹੋਣਾ ਅਸਲ ਦੇ ਵਿੱਚ ਬੜਾ ਔਖਾ ਹੈ। ਸਿੱਖੀ ਕਮਾਉਣੀ ਜਿਹੜੀ ਹੈ ਨਾ, ਸਿੱਖੀ ਕਮਾ ਕੇ ਗੁਰਮੁਖ ਹੋਣਾ, ਨਹੀਂ ਤੇ ਨਾਮ ਦੇ ਨਾਲ ਤੇ ਸਾਰਾ ਕੁਝ ਚੱਲੀ ਜਾਂਦਾ ਹੈ ਵੀ ਉਹਨੇ ਮੈਨੂੰ ਗੁਰਮੁਖ ਕਹਿ ਦਿੱਤਾ, ਮੈਂ ਉਹਨੂੰ ਗੁਰਮੁਖ ਕਹਿ ਦਿੱਤਾ ਤੇ ਗੁਰਮੁਖਤਾਈ ਹੋ ਗਈ। ਜਿੱਦਾਂ ਅੱਜ ਕੱਲ੍ਹ ਬੜੀਆਂ ਸਸਤੀਆਂ ਗੁਰਮੁਖਤਾਈਆਂ ਆਉਂਦੀਆਂ ਨੇ। ਭਾਈ ਗੁਰਦਾਸ ਸਾਹਿਬ ਨੇ ਉਹ ਚੀਜ਼ ਬੋਲੀ ਹੈ, ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਹੋਵੇ ਸਾਧ ਸੰਗ। ਸਭ ਤੋਂ ਪਹਿਲੀ ਗੱਲ ਤੇ ਗੁਰਮੁਖ ਜਿਹੜਾ ਹੈ ਨਾ ਉਹ ਸਾਧੂ ਦੀ ਸੰਗਤ ਦੇ ਵਿੱਚ ਤੇ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ। ਇਹ ਪਹਿਲਾ ਉਹਦਾ ਇਹ ਨਿਯਮ ਹੈ, ਇਹ ਉਹਦਾ ਪਹਿਲਾ ਲੱਛਣ ਹੈ। ਹੁਣ ਇਸ ਗੱਲ ਨੂੰ ਤੁਸੀਂ ਵੀ ਵੇਖਦੇ ਜੇ ਤੇ ਅਸੀਂ ਵੀ ਇਸ ਗੱਲ ਨੂੰ ਸਮਝ ਲਈਏ। ਫਿਰ ਮੈਂ ਕਹਿ ਰਿਹਾ ਹਾਂ ਜੇ ਸਿੱਖੀ ਸਿੱਖਣੀ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਪਾਰ ਹੋਣਾ ਹੀ ਪੈਣਾ ਹੈ, ਨਹੀਂ ਤੇ ਰੂਟੀਨ ਤੇ ਚਲੋ ਦੁਨੀਆ ਦੀ ਚੱਲੀ ਆਉਂਦੀ ਹੈ। ਤੁਸੀਂ ਵੇਖਦੇ ਜੇ ਪਰਿਵਾਰ ਨੇ ਅਖੰਡ ਪਾਠ ਸਾਹਿਬ ਰਖਵਾਇਆ, ਸਿਰਫ ਇੱਥੋਂ ਦੀ ਗੱਲ ਨਹੀਂ, ਬਹੁਤੀਆਂ ਥਾਵਾਂ ਦੇ ਉੱਤੇ ਹੀ ਹਾਲ ਹੋਇਆ ਪਿਆ। ਅਖੰਡ ਪਾਠ ਸਾਹਿਬ ਰਖਵਾਇਆ, ਠੀਕ ਹੈ ਜੀ, ਨਾ ਤੇ ਪਰਿਵਾਰ ਨੇ ਬਹਿ ਕੇ ਸੁਣਿਆ ਔਰ ਕਿਸੇ ਵੇਲੇ ਤੇ ਇੱਦਾਂ ਹੋ ਜਾਂਦਾ ਵੀ ਅਸੀਂ ਮਨੀ ਜਿਹੜੀ ਹੈ ਉਹ ਭੇਜ ਦੇਵਾਂਗੇ ਕਿਸੇ ਵੀ ਤਰੀਕੇ ਨਾਲ। ਅੱਜ ਕੱਲ੍ਹ ਤੇ ਬੜੇ ਤਰੀਕੇ ਆ ਗਏ ਨਾ ਵੀ ਪੈਸਾ ਭੇਜ ਦੇਵਾਂਗੇ ਤੇ ਤੁਸੀਂ ਕੀ ਕਰਨਾ ਹੈ, ਬਸ ਸਾਡੇ ਨਾਂ ਦੀ ਅਰਦਾਸ ਕਰ ਦਿਓ ਤੇ ਬਾਅਦ 'ਚ ਅਸੀਂ ਕੀ ਕਰਾਂਗੇ, ਅਖੰਡ ਪਾਠ ਸਾਹਿਬ ਕਰਕੇ ਜਦੋਂ ਤੁਹਾਡੇ ਨਾਮ ਦੀ ਅਰਦਾਸ ਹੋ ਜਾਵੇਗੀ ਨਾ ਤੇ ਉਦੋਂ ਕੀ ਹੋਵੇਗਾ, ਅਰਦਾਸ ਤੋਂ ਬਾਅਦ 'ਚ ਹੁਕਮਨਾਮਾ ਤੁਹਾਨੂੰ ਅਸੀਂ ਭੇਜ ਦੇਵਾਂਗੇ। ਅੱਜ ਕੱਲ੍ਹ ਤੇ ਸੌਖਾ ਕੰਮ ਹੈ ਵੀ ਵਾਇਆ WhatsApp ਤੁਹਾਨੂੰ ਭੇਜ ਦੇਵਾਂਗੇ ਵੀ ਤੁਹਾਡੇ ਨਾਂ ਦਾ ਅਖੰਡ ਪਾਠ ਸਾਹਿਬ ਰੱਖਿਆ ਸੀ ਤੇ ਆਹ ਹੁਕਮਨਾਮਾ ਆਇਆ ਹੈ। ਘਰ ਵਾਲੇ ਫਿਰ ਉਸ ਹੁਕਮਨਾਮੇ ਨੂੰ ਪ੍ਰਿੰਟ ਕਰਾ ਕੇ ਤੇ ਕਿਸੇ ਦੀਵਾਰ ਦੇ ਉੱਤੇ ਟੰਗ ਦਿੰਦੇ ਨੇ ਵੀ ਸਾਡੇ ਵਾਰੀ ਆਹ ਹੁਕਮ ਆਇਆ ਸੀ। ਹੁਣ ਪੁੱਛੋ ਵੀ ਭਾਈ ਉਹ ਅਖੰਡ ਪਾਠ ਸੁਣਿਆ ਵੀ ਹੈ ਸੀ? ਕੌਣ ਸੁਣਦਾ? ਪਰ ਜਦੋਂ ਅਰਦਾਸ ਕੀਤੀ ਗਈ ਤੇ ਫਿਰ ਵੇਖੋ ਕਿੱਡੇ ਕਿੱਡੇ ਲਕਬ ਉਹਨਾਂ ਦੇ ਲਈ ਵਰਤੇ ਗਏ। ਇਹ ਜੀ ਗੁਰਮੁਖ ਪਰਿਵਾਰ, ਇਹ ਜੀ ਸਿੱਖ ਪਰਿਵਾਰ, ਇਹ ਜੀ ਗੁਰੂ ਨਾਨਕ ਸਾਹਿਬ ਦਾ ਪਿਆਰਾ ਪਰਿਵਾਰ। ਘੱਟੋ ਘੱਟ ਮੈਂ ਇਹ ਨਹੀਂ ਕਹਿੰਦਾ ਵੀ ਉਹ ਪਿਆਰਾ ਨਹੀਂ ਹੈ, ਪਰ ਅਸੀਂ ਬੜੀ ਜਲਦੀ ਇਸ ਚੀਜ਼ ਨੂੰ ਇਹ ਕਹਿ ਦਿੱਤਾ ਜੀ ਉਹ ਵੀ ਗੁਰਮੁਖ ਤੇ ਆ ਵੀ ਗੁਰਮੁਖ। ਜਿੰਨੇ ਕਦੀ, ਮੈਨੂੰ ਮਾਫ ਕਰਿਓ, ਸੰਗਤ ਦੇ ਵਿੱਚ ਪੈਰ ਵੀ ਨਹੀਂ ਨਾ ਪਾਇਆ ਹੁੰਦਾ, ਉਹਦੇ ਲਈ ਵੀ ਅਸੀਂ ਇਹ ਲਫ਼ਜ਼ ਵਰਤ ਦਿੰਦੇ ਹਾਂ। ਉਹ ਘੱਟੋ ਘੱਟ ਮਹੀਨਾ ਸੰਗਤ ਦੇ ਵਿੱਚ ਆ ਕੇ ਬੈਠੇ ਤੇ ਸਹੀ, ਫਿਰ ਅਸੀਂ ਸੋਚ ਸਕਦੇ ਹਾਂ ਵੀ ਇਹਦੇ ਲਈ ਆਹ ਲਫ਼ਜ਼ ਕਹਿਣਾ ਹੈ। ਸਾਡੇ ਮੂੰਹ ਦੇ ਉੱਤੇ ਪੱਕੀਆਂ ਸਪੀਚ ਚੜੀਆਂ ਹੁੰਦੀਆਂ ਨੇ ਵੀ ਬਸ ਹਰ ਇੱਕ ਲਈ ਇਹੋ ਹੀ ਸ਼ਬਦ ਬੋਲਣਾ ਹੈ, ਇਸ ਕਰਕੇ ਹਰ ਇੱਕ ਲਈ ਬੋਲਿਆ ਗਿਆ। ਨਹੀਂ, ਇਹ ਬੜਾ ਕੀਮਤੀ ਸ਼ਬਦ ਹੈ, ਹਰ ਇੱਕ ਲਈ ਨਹੀਂ ਬੋਲਿਆ ਜਾ ਸਕਦਾ। ਮੈਂ ਅਕਸਰ ਕਹਿੰਦਾ ਹੁੰਦਾ, ਭਾਈ ਗੁਰਦਾਸ ਸਾਹਿਬ ਨੇ ਇਹ ਸ਼ਬਦ ਗੁਰੂ ਨਾਨਕ ਸਾਹਿਬ ਲਈ ਵਰਤਿਆ ਹੈ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲਈ ਵਰਤਿਆ। ਹਾਂ, ਕਿਸੇ ਲਈ ਗੁਰਸਿੱਖ ਕਹਿ ਲਓ, ਵੈਸੇ ਗੁਰਸਿੱਖ ਵੀ ਬੜੀ ਉੱਚੀ ਪਦਵੀ ਹੈ, ਉਹ ਵੀ ਹਰ ਇੱਕ ਲਈ ਨਹੀਂ ਵਰਤੀ ਜਾ ਸਕਦੀ। ਇੱਦਾਂ ਕਹਿ ਲਓ ਵੀ ਗੁਰੂ ਨਾਨਕ ਦੇ ਘਰ ਦਾ ਪਿਆਰਾ ਹੈ, ਗੁਰੂ ਨਾਨਕ ਦੇ ਘਰ ਦੇ ਪ੍ਰਤੀ ਸ਼ਰਧਾ ਰੱਖਣ ਵਾਲਾ ਹੈ, ਇਹ ਠੀਕ ਹੈ ਗੱਲ। ਪਰ ਜੇ ਕਹਿ ਲਈਏ ਵੀ ਇਹਨਾਂ ਪਦਵੀਆਂ ਦੇ ਉੱਤੇ ਪਹੁੰਚ ਗਿਆ, ਗੁਰਦੁਆਰਾ ਸਾਹਿਬ ਕਦੀ ਆਇਆ ਨਾ ਹੋਵੇ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਜੇ ਮੇਰੇ ਕੋਲੋਂ ਪੁੱਛਦੇ ਜੇ ਵੀ ਗੁਰਮੁਖ ਦੇ ਲੱਛਣ ਕੀ ਨੇ, ਤੇ ਉਹਦਾ ਪਹਿਲਾ ਲੱਛਣ ਹੀ ਇਹ ਹੈ, ਗੁਰਮੁਖ ਹੋਵੇ ਸਾਧ ਸੰਗ। ਭਾਈ ਉਹ ਸੰਗਤ ਦੇ ਵਿੱਚ ਆਉਣ ਵਾਲਾ ਹੈ। ਜਿਹੜਾ ਸੰਗਤ ਦੇ ਵਿੱਚ ਨਹੀਂ ਆਉਂਦਾ, ਮਾਫ ਕਰਿਓ, ਉਹ ਜੋ ਮਰਜ਼ੀ ਕਰੀ ਜਾਵੇ ਧਰਮ ਦੇ ਨਾਂ ਦੇ ਉੱਤੇ, ਜਿਹਨੂੰ ਸੰਗਤ ਦੇ ਵਿੱਚ ਬਰਾਬਰ ਆ ਕੇ ਸੰਗਤ ਦਾ ਮਾਹੌਲ ਨਹੀਂ ਪਤਾ ਵੀ ਸੰਗਤ ਦੇ ਵਿੱਚ ਕਿੱਦਾਂ ਬੈਠਿਆ ਜਾਂਦਾ ਹੈ, ਉਹ ਗੁਰਮੁਖ ਤੇ ਨਹੀਂ ਹੈ। ਹੋਰਤ ਸੰਗ ਕੁਸੰਗ ਨਾ ਰਚੈ। ਫਿਰ ਇੱਥੇ ਗੱਲ ਨਹੀਂ ਵੀ ਸੰਗਤ ਕਰ ਲਈ ਹੈ ਤੇ ਗੱਲ ਖਤਮ ਹੋ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਹੋਰਤ ਸੰਗ ਕੁਸੰਗ ਨਾ ਰਚੈ। ਕਿਸੇ ਹੋਰ ਦੀ ਮਾੜੀ ਸੰਗਤ ਦੇ ਵਿੱਚ ਵੀ ਨਹੀਂ ਜਾ ਕੇ ਬੈਠਦਾ। ਸੰਗਤ ਕਰ ਲਈ ਹੈ, ਵਧੀਆ ਗੱਲ ਹੈ, ਪਰ ਹੁਣ ਅੱਗੇ ਜਾ ਕੇ ਕੀ ਕਰਨਾ ਹੈ?
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਦਾ ਜਵਾਬ ਦਿੱਤਾ ਹੈ। ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ, ਜਦੋਂ ਅਸੀਂ ਗੁਰਦੁਆਰਾ ਸਾਹਿਬ ਆ ਕੇ ਬੈਠਦੇ ਹਾਂ ਤੇ ਸਾਰਾ ਦਿਨ ਤੇ ਗੁਰਦੁਆਰੇ ਬੈਠੇ ਨਹੀਂ ਰਵਾਂਗੇ, ਅਸੀਂ ਘਰ ਦੇ ਕੰਮ ਵੀ ਕਰਨੇ ਨੇ, ਅਸੀਂ ਕਮਾਈ ਵੀ ਕਰਨੀ ਹੈ, ਪਰਿਵਾਰ ਵੀ ਪਾਲਣੇ ਨੇ। ਸਤਿਗੁਰੂ ਕਹਿੰਦੇ ਬਿਲਕੁਲ, ਤੁਸੀਂ ਪਰਿਵਾਰ ਵੀ ਪਾਲਣੇ ਨੇ, ਕਮਾਈ ਵੀ ਕਰਨੀ ਹੈ। ਤੇ ਮਹਾਰਾਜ ਜੀ ਅਸੀਂ 2 ਘੰਟੇ ਗੁਰਦੁਆਰੇ ਆ ਕੇ ਬੈਠ ਗਏ, 2.5 ਘੰਟੇ ਬੈਠ ਗਏ, 3 ਘੰਟੇ ਬੈਠ ਗਏ, ਬਾਕੀ ਜਿਹੜਾ ਸਾਰਾ ਦਿਨ ਹੈ ਉਹਦੇ ਵਿੱਚ ਕੀ ਕਰੀਏ, ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ। ਤੇ ਸਤਿਗੁਰੂ ਨੇ ਫਿਰ ਸਮਝਾਇਆ, ਭਾਈ ਮੰਨ ਲਓ ਦਿਨ ਦੇ 8 ਪਹਿਰਾਂ ਦੇ ਵਿੱਚੋਂ 24 ਘੰਟਿਆਂ ਦੇ ਵਿੱਚੋਂ ਜੇ 3 ਘੰਟੇ ਤੁਸੀਂ ਗੁਰੂ ਘਰ ਦੇ ਲਈ ਕੱਢ ਲੈਂਦੇ ਜੇ ਕੱਢਦੇ ਜੇ ਤੇ ਪਿੱਛੇ ਤੁਹਾਡੇ ਕੋਲ ਆਪਣੇ ਆਪ ਹੀ 21 ਘੰਟੇ ਬਚ ਗਏ। ਤੇ ਇਦਾਂ ਕਹਿ ਲਈਏ 8 ਪਹਿਰਾਂ ਦਾ ਇੱਕ ਦਿਨ ਬਣ ਜਾਂਦਾ, ਦਿਨ ਤੇ ਰਾਤ। ਹੁਣ ਜਿਹੜੇ ਉਹ 21 ਘੰਟੇ ਨੇ ਉਹਦੇ ਵਿੱਚ ਕੀ ਕਰਨਾ ਹੈ। ਤੇ ਮਹਾਰਾਜ ਕੀ ਕਹਿੰਦੇ, 7 ਪਹਿਰੀ 7 ਭਲਾ ਬਹੀਐ ਪੜ੍ਹਿਆ ਪਾਸ। ਵੀ 7 ਪਹਿਰਾਂ ਦੇ ਵਿੱਚ ਬਾਕੀ ਤੁਸੀਂ ਇਹ ਕਰਨਾ ਹੈ, ਇਹ ਗੱਲ ਤੁਹਾਡੇ ਲਈ ਭਲੀ ਹੈ, ਇਹ ਗੱਲ ਚੰਗੀ ਹੈ। ਕਿਹੜੀ? ਪੜ੍ਹਿਆਂ ਦੇ ਕੋਲ ਬੈਠੋ। ਪੜ੍ਹਿਆਂ ਦਾ ਮਤਲਬ ਸਿਰਫ ਕਿਤਾਬਾਂ ਦੇ ਪੜ੍ਹਿਆਂ ਦੇ ਕੋਲ ਨਹੀਂ, ਪੜ੍ਹਿਆਂ ਦਾ ਮਤਲਬ ਸਮਝਦਾਰ ਲੋਕਾਂ ਦੇ ਕੋਲ ਬੈਠੋ। ਇਹ ਨਾ ਹੋਵੇ ਇੱਥੇ ਤੁਸੀਂ ਇਹ ਸਿੱਖ ਕੇ ਜਾਓ ਵੀ ਭਾਈ ਮੈਂ ਸੁਖਮਨੀ ਸਾਹਿਬ ਕਰਨਾ, ਤੇ ਉੱਥੇ ਤੁਸੀਂ ਇਹੋ ਜਿਹੇ ਦੇ ਲਾਗੇ ਜਾ ਕੇ ਬੈਠ ਜਾਓ ਜਿਹੜਾ ਕਵੇ ਲੈ ਤੈਨੂੰ ਬਾਬਾ ਬਣਨ ਦਾ ਬੜਾ ਚਾਅ ਚੜਿਆ, ਫਿਰ ਉਹਨੇ ਪਾਠ ਹੀ ਨਹੀਂ ਕਰਨ ਦੇਣਾ। ਇੱਥੇ ਤੁਸੀਂ ਮਨ ਬਣਾ ਕੇ ਜਾਓ ਵੀ ਨਿਤਨੇਮ ਕਰਿਆ ਕਰਨਾ, ਘਰ ਜਾ ਕੇ ਤੁਹਾਨੂੰ ਇਹੋ ਜਿਹਾ ਕੋਈ ਮਿਲ ਗਿਆ ਜਾਂ ਬਾਹਰ ਇਹੋ ਜਿਹਾ ਮਿਲ ਗਿਆ ਜਿਹੜਾ ਤੁਹਾਨੂੰ ਗੁਟਕਾ ਸਾਹਿਬ ਵੀ ਨਾ ਚੁੱਕਣ ਦੇਵੇ। ਇਹਨਾਂ ਜਿਹਾ ਤੋਂ ਇਹੋ ਜਿਹਾ ਤੋਂ ਬਚ ਕੇ ਚੱਲਣਾ। 7 ਪਹਿਰੀ 7 ਭਲਾ ਬਹੀਐ ਪੜ੍ਹਿਆ ਪਾਸ। ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਮਹਾਰਾਜ ਕਹਿੰਦੇ ਉੱਥੇ ਬੈਠ ਕੇ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੱਥੇ ਕਿਤੇ ਸਟੈਂਡ ਕਰਦੇ ਹਾਂ। ਸਾਡੇ ਅੰਦਰੋਂ ਗਲਤੀਆਂ ਘਟਦੀਆਂ ਨੇ ਜਦੋਂ ਚੰਗਿਆਂ ਲੋਕਾਂ ਦੇ ਲਾਗੇ ਬੈਠਦੇ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਇੱਕ ਤੇ ਇੱਦਾਂ ਦਾ ਵੀ ਸੰਗਤ ਦੇ ਵਿੱਚ ਆਉਂਦਾ ਹੈ, ਤੇ ਜਦੋਂ ਸੰਗਤ ਦੇ ਵਿੱਚ ਉਹ ਜਾਂਦਾ ਹੈ ਫਿਰ ਗਲਤ ਬੰਦਿਆਂ ਦੇ ਲਾਗੇ ਜਾ ਕੇ ਨਹੀਂ ਬੈਠਦਾ। ਤੇ ਮੈਂ ਇਹ ਆਪ ਜੀ ਦੇ ਅੱਗੇ ਰੱਖ ਦੇਵਾਂ, ਇਹਨੂੰ ਬਣਾ ਕੇ ਚੱਲਿਓ ਜ਼ਿੰਦਗੀ ਦੇ ਵਿੱਚ। ਜਿਹੋ ਜੇ ਬੰਦੇ ਦੇ ਲਾਗੇ ਬੈਠਾਂਗੇ ਉਹੋ ਜੇ ਅਸੀਂ ਹੋ ਜਾਵਾਂਗੇ। ਬਾਬਾ ਕਬੀਰ ਕਹਿੰਦੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਨਾ ਵੀ ਤੁਹਾਨੂੰ ਇਹ ਲੱਗੇ ਵੀ ਗਲਤ ਬੰਦਿਆਂ ਦੇ ਵਿੱਚ ਤੁਸੀਂ ਬੈਠਦੇ ਜੇ ਤੇ ਤੁਸੀਂ ਗਲਤ ਨਹੀਂ ਹੋਵੋਗੇ, ਇੱਕ ਨਾ ਇੱਕ ਦਿਨ ਹੋ ਹੀ ਜਾਵੇਗਾ। ਉਹ ਕਹਿੰਦੇ ਵੇਖੋ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਉਹ ਕਿਸੇ ਨੇ ਕਾਲਾ ਬਰਤਨ ਚੁੱਕਿਆ ਹੋਵੇ ਜਿਹੜਾ ਬਾਹਰੋਂ ਕਾਲਾ ਹੋ ਜਾਂਦਾ ਅੱਗ ਦੇ ਉੱਤੇ ਰੱਖ ਕੇ, ਕਿੰਨੀ ਵੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹਦੀ ਕਾਲਖ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਬੰਦੇ ਨੂੰ ਆ ਕੇ ਉਹਦੇ ਕੱਪੜਿਆਂ ਨੂੰ ਹੱਥਾਂ ਨੂੰ ਲੱਗ ਹੀ ਜਾਂਦੀ ਹੈ, ਜਿੰਨਾ ਮਰਜ਼ੀ ਤੁਸੀਂ ਬਚਾ ਲਓ ਆਪਣੇ ਆਪ ਨੂੰ। ਬਾਬਾ ਕਬੀਰ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜਿੱਦਾਂ ਕਾਲੇ ਬਰਤਨ ਦਾ ਜਿਹੜੀ ਕਾਲਖ ਹੈ ਨਾ ਉਹ ਹੱਥਾਂ ਨੂੰ ਕੱਪੜਿਆਂ ਨੂੰ ਲੱਗ ਹੀ ਜਾਂਦੀ ਹੈ, ਮਾੜੇ ਬੰਦੇ ਦੀ ਸੰਗਤ ਦੇ ਵਿੱਚ ਬੈਠਾਂਗੇ ਉਹਦਾ ਅਸਰ ਕਿਤੇ ਨਾ ਕਿਤੇ ਆ ਹੀ ਜਾਣਾ ਹੈ। ਇਸ ਗੱਲ ਨੂੰ ਸੋਚ ਕੇ ਚਲੋ ਇੱਕ ਹਵਾਲਾ ਹੋਰ ਅਸੀਂ ਇਸ ਪਾਸੇ ਦਾ ਸਮਝ ਲਈਏ। ਸਾਡੇ ਜਿਹੜੇ ਪੁਰਾਣੇ ਵਿਚਾਰਵਾਨ ਹੁੰਦੇ ਸੀ ਨਾ, ਜਿੱਦਾਂ ਜਨਮ ਸਾਖੀਕਾਰ ਨੇ, ਉਹਨਾਂ ਨੇ ਗੱਲ ਨੂੰ ਸਮਝਾਉਣ ਦਾ ਤਰੀਕਾ ਵੱਖਰਾ ਰੱਖਿਆ ਹੁੰਦਾ ਸੀ। ਮੈਂ ਫਿਰ ਕਹਿ ਦੇਵਾਂ, ਇੱਥੇ ਅਸੀਂ ਥੋੜ੍ਹਾ ਜਿਹਾ ਸੁਭਾਅ ਧਾਰਮਿਕ ਲੈ ਕੇ ਜਾਂਦੇ ਹਾਂ, ਗੱਲ ਸੁਣ ਕੇ ਚਾਅ ਆ ਗਿਆ ਵੀ ਠੀਕ ਹੈ ਜੀ ਸਵੇਰੇ ਨਿਤਨੇਮ ਕਰਨਾ ਹੈ, ਸ਼ਾਮ ਨੂੰ ਗੁਰਦੁਆਰੇ ਆਉਣਾ ਹੈ, ਸੇਵਾ ਕਰਨੀ ਹੈ। ਅੱਗੇ ਸਾਨੂੰ ਇਹੋ ਜਿਹੇ ਬੰਦੇ ਮਿਲ ਗਏ ਜਿਨ੍ਹਾਂ ਦੇ ਕਰਕੇ ਉਹ ਸਾਰਾ ਕੁਝ ਹੀ ਰਹਿ ਗਿਆ। ਔਰ ਇਹ ਸਾਡੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਸਾਨੂੰ ਕਿਹੜਾ ਘਰ 'ਚ ਕਿਸੇ ਨੇ ਪੁੱਛਣਾ ਵੀ ਹਾਂ ਤੂੰ ਪਾਠ ਕਰ ਲਿਆ, ਕੋਈ ਨਹੀਂ ਪੁੱਛਦਾ, ਨਾ ਕਰਾਂਗੇ ਤਾਂ ਵੀ ਕੋਈ ਨਹੀਂ, ਪੁੱਛ ਲਿਆ ਤਾਂ ਵੀ ਕੋਈ ਨਹੀਂ। ਉਹ ਤਾਂ ਇੱਕ ਲੈਵਲ ਹੈ ਨਾ ਜਿਸ ਲੈਵਲ ਦੇ ਉੱਤੇ ਜਾ ਕੇ ਸਾਡਾ ਆਪਣਾ ਜੀਅ ਕਰਦਾ ਹੈ। ਹੁਣ ਜਿਹਨੂੰ ਸ਼ੁਰੂ ਦੇ ਵਿੱਚ ਕਹੋਗੇ ਉਹਨੂੰ ਕੀ ਲੱਗੇ ਕਿਸੇ ਨੇ ਪੁੱਛਿਆ ਨਹੀਂ ਤਾਂ ਉਹਨੇ ਕਰਨਾ ਵੀ ਨਹੀਂ। ਉਹ ਸਾਡੇ ਨਾ ਪੁਰਾਣੇ ਜਿਹੜੇ ਸਾਖੀਕਾਰ ਹੁੰਦੇ ਸੀ ਉਹ ਇਸ ਗੱਲ ਨੂੰ ਸਮਝਾਉਂਦੇ ਹੁੰਦੇ ਸੀ ਵੀ ਕਹਿੰਦੇ ਵੀ 2 ਜਾਣੇ ਨਾ ਆਪਸ ਦੇ ਵਿੱਚ ਗੱਲਾਂ ਕਰਦੇ ਪਏ ਸੀ ਤੇ ਉਹਨਾਂ ਦੇ ਵਿੱਚੋਂ ਹੈ ਚੰਗੇ ਦੋਸਤ ਸੀ, ਚੰਗੇ ਮਿੱਤਰ ਸੀ, ਦੋਵਾਂ ਦੇ ਵਿੱਚ ਗੱਲਬਾਤ ਚੱਲਦੀ ਪਈ ਹੈ। ਤੇ ਉਹਨਾਂ ਦੇ ਵਿੱਚੋਂ ਇੱਕ ਦੀਆਂ ਆਦਤਾਂ ਬੜੀਆਂ ਚੰਗੀਆਂ ਸੀ ਤੇ ਇੱਕ ਦੀਆਂ ਆਦਤਾਂ ਬਿਲਕੁਲ ਹੀ ਨਿਕੰਮੀਆਂ। ਇਹ ਉਹਨਾਂ ਦੇ ਸਮਝਾਉਣ ਦਾ ਤਰੀਕਾ ਬੜਾ ਸੋਹਣਾ ਲੱਗਦਾ ਹੈ ਮੈਨੂੰ। ਹੁਣ ਦੋਵੇਂ ਨਾ ਆਪਸ ਦੇ ਵਿੱਚ ਬੈਠ ਕੇ ਤੇ ਗੱਲਾਂ ਕਰਦੇ ਨੇ, ਤੇ ਗੱਲਾਂ ਕਿਹੜੀਆਂ ਹੁੰਦੀਆਂ ਨੇ? ਧਾਰਮਿਕ ਬੰਦੇ ਦਾ ਇਹ ਸੁਭਾਅ ਹੁੰਦਾ ਹੈ ਵੀ ਉਹ ਦੂਜਿਆਂ ਨੂੰ ਵੀ ਕਹਿੰਦਾ ਵੀ ਚੱਲ ਭਾਈ ਮੈਂ ਗੁਰਦੁਆਰੇ ਆਉਣਾ, ਤੂੰ ਵੀ ਆਇਆ ਕਰ, ਉਹ ਅਕਸਰ ਕਹਿ ਦਿੰਦਾ। ਤੇ ਜਿਹੜਾ ਬੰਦਾ ਇਸ ਲਾਈਨ ਤੋਂ ਹਟਿਆ ਹੁੰਦਾ ਹੈ
ਉਹਦਾ ਪਹਿਲਾ ਹੀ ਵਰਡ ਇਹ ਹੁੰਦਾ, ਪਹਿਲਾ ਹੀ ਸੈਂਟੈਂਸ ਇਹ ਹੁੰਦਾ, ਲੈ ਉੱਥੇ ਜਾ ਕੇ ਕੀ ਹੋ ਜਾਣਾ, ਉੱਥੇ ਜਾ ਕੇ ਕੀ ਮਿਲ ਜਾਣਾ। ਇੱਕ ਦੀ ਗੱਲ ਇਹ ਆ ਵੀ ਆਇਆ ਕਰ, ਦੂਜਾ ਆਂਦਾ ਉੱਥੇ ਜਾ ਕੇ ਤੇ ਕੀ ਹੋ ਜਾਣਾ। ਕਹਿੰਦੇ ਵਾਕਿਆ ਹੀ ਚਲੋ ਅਸੀਂ ਇਸ ਗੱਲ ਨੂੰ ਵੇਖ ਲਵਾਂਗੇ ਵੀ ਹੋਵੇਗਾ ਕੀ, ਇਹਨੂੰ ਸੋਚ ਕੇ ਵੇਖਦੇ ਹਾਂ। ਤੇ ਉਹ ਜਿਹੜਾ ਨਾ ਉਹ ਦੋਵੇਂ ਤੁਰ ਪਏ। ਉਹ ਇਦਾਂ ਕਹਿ ਲਈਏ ਵੀ ਜਿਹੜਾ ਗਲਤ ਕੰਮ ਵਾਲਾ ਸੀ ਉਹਨੇ ਜਾ ਕੇ ਬੈਠਣਾ ਸੀ ਕਿਸੇ ਮਾੜੇ ਦੀ ਸੰਗਤ ਦੇ ਵਿੱਚ, ਤੇ ਇੱਕ ਨੇ ਸੰਗਤ ਦੇ ਵਿੱਚ ਆਉਣਾ ਸੀ। ਤੇ ਉਹ ਕਹਿੰਦੇ ਵੀ ਅੱਜ ਅਸੀਂ ਪ੍ਰੈਕਟੀਕਲ ਕਰਕੇ ਵੇਖ ਹੀ ਲੈਣਾ, ਜਦੋਂ ਅਸੀਂ ਵਾਪਸ ਮੁੜਾਂਗੇ ਨਾ ਤੇ ਵਾਪਸ ਮੁੜ ਕੇ ਵੇਖਾਂਗੇ ਵੀ ਤੈਨੂੰ ਕੀ ਮਿਲਿਆ ਤੇ ਮੈਨੂੰ ਕੀ ਮਿਲਿਆ। ਅੱਜ ਅਸੀਂ ਇਸ ਗੱਲ ਨੂੰ ਵੇਖ ਲੈਣਾ। ਉਹ ਕਹਿੰਦੇ ਚਲੋ ਇੱਕ ਖਾਸ ਥਾਂ ਦੇ ਉੱਤੇ ਜਿਹੜਾ ਪੁਆਇੰਟ ਸੀ ਉੱਥੋਂ ਦੋਵੇਂ ਅਲੱਗ ਹੋ ਗਏ, ਇੱਕ ਆਪਣੇ ਰਸਤੇ ਚਲ ਗਿਆ, ਇੱਕ ਆਪਣੇ ਰਸਤੇ ਚਲ ਗਿਆ। ਜਦੋਂ ਵਾਪਸ ਆਏ ਨਾ ਤੇ ਜਿਹੜਾ ਗਲਤ ਥਾਂ ਦੇ ਉੱਤੇ ਗਿਆ ਸੀ, ਕੋਈ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਵੀ ਕਿਹੜੀ ਗਲਤ ਥਾਂ ਤੇ ਗਿਆ ਸੀ, ਕੋਈ ਵੀ ਹੋ ਸਕਦੀ ਹੈ। ਉਹ ਜਦੋਂ ਵਾਪਸ ਆਇਆ ਤੇ ਉਹ ਨਾ ਇੱਕ ਆਪਣੇ ਹੱਥ ਦੇ ਵਿੱਚ ਇੱਕ ਮੋਹਰ ਚੁੱਕੀ ਲਿਆਵੇ, ਇੱਕ ਸਿੱਕਾ ਚੁੱਕੀ ਲਿਆਵੇ, ਬੜੀ ਕੀਮਤੀ ਚੀਜ਼ ਸੀ, ਉਹ ਚੁੱਕ ਕੇ ਲਿਆਵੇ। ਤੇ ਦੂਜਾ ਜਿਹੜਾ ਸੀ ਨਾ ਉਹ ਨੰਗੇ ਪੈਰੀਂ ਤੁਰਿਆ ਆਵੇ। ਤੇ ਇਦਾਂ ਕਹਿ ਲਓ ਵੀ ਉਹਦੇ ਪੈਰ ਦੇ ਵਿੱਚ ਨਾ ਖੂਨ ਨਿਕਲਦਾ ਪਿਆ ਸੀ। ਥੋੜ੍ਹਾ ਬਹੁਤਾ ਉਹਨੇ ਕੱਪੜਾ ਆਪਣੇ ਪੈਰ ਨੂੰ ਲਪੇਟਿਆ ਹੋਇਆ ਸੀ ਤੇ ਲੰਗੜਾ ਕੇ ਤੁਰਦਾ ਹੋਇਆ, ਤੇ ਜਿਹੜੀ ਥਾਂ ਦੇ ਉੱਤੇ ਮਿਲਣਾ ਸੀ ਉੱਥੇ ਆ ਕੇ ਤੇ ਦੋਵੇਂ ਇਕੱਠੇ ਹੋ ਗਏ। ਤੇ ਜਨਮ ਸਾਖੀਕਾਰ ਕਹਿੰਦਾ ਹੈ ਵੀ ਜਦੋਂ ਦੋਵੇਂ ਇਕੱਠੇ ਹੋਏ ਨਾ ਤੇ ਜਿਹੜਾ ਗਲਤ ਪਾਸੇ ਜਾਣ ਵਾਲਾ ਸੀ ਨਾ ਉਹ ਬੜਾ ਖੁਸ਼ ਹੋਇਆ ਇਸ ਗੱਲ ਤੋਂ ਵੀ ਵੇਖ, ਮੈਂ ਗਿਆ ਵੀ ਗਲਤ ਪਾਸੇ ਤੇ ਮੈਨੂੰ ਫਿਰ ਵੀ ਵੇਖ ਮੋਹਰ ਲੱਭ ਗਈ। ਰਸਤੇ 'ਚੋਂ ਲੱਭ ਗਈ ਸੀ ਕਿਤੇ, ਮੈਂ ਗਲਤ ਪਾਸੇ ਗਿਆ, ਵੇਖ ਲਾ ਮੈਨੂੰ ਫਿਰ ਮੋਹਰ ਲੱਭ ਗਈ ਹੈ। ਤੇ ਤੂੰ ਤੇ ਚੰਗੇ ਪਾਸੇ ਗਿਆ ਸੀ ਨਾ, ਤੇ ਵੇਖ ਲਾ ਤੇਰੇ ਪੈਰ ਦੇ ਵਿੱਚ ਫਿਰ ਕੰਡਾ ਵੱਜ ਗਿਆ, ਤੇਰੇ ਪੈਰ 'ਚੋਂ ਫਿਰ ਖੂਨ ਨਿਕਲਦਾ ਪਿਆ। ਹੁਣ ਮੈਨੂੰ ਦੱਸ ਵੀ ਚੰਗੀ ਥਾਂ ਤੇ ਜਾਣ ਦਾ ਫਾਇਦਾ ਹੋਇਆ ਕਿ ਬੁਰੀ ਥਾਂ ਤੇ ਜਾਣ ਦਾ ਫਾਇਦਾ ਹੋਇਆ। ਉਹ ਹੁਣ ਸਿੱਧੀ ਜੀ ਗੱਲ ਹੈ, ਧਾਰਮਿਕ ਲੋਕਾਂ ਨੂੰ ਤਾਂ ਇੱਦਾਂ ਦੇ ਸਵਾਲ ਆਉਂਦੇ ਹੀ ਨੇ ਵੀ ਕੀ ਜਵਾਬ ਦਈਏ ਇੱਥੇ। ਉਹ ਕਹਿੰਦੇ ਚੱਲ ਇੰਝ ਕਰਦੇ ਹਾਂ, ਇਹਦਾ ਜਵਾਬ ਮੇਰੇ ਕੋਲ ਤੇ ਨਹੀਂ, ਜਿਹਦੇ ਕੋਲ ਮੈਂ ਜਾਂਦਾ ਨਾ ਆਪਾਂ ਉਹਦੇ ਕੋਲ ਜਾ ਕੇ ਪੁੱਛਦੇ ਹਾਂ। ਉਹ ਜਿਹਦੀ ਸੰਗਤ ਦੇ ਵਿੱਚ ਜਾਂਦਾ ਸੀ ਉਹਨੂੰ ਜਾ ਕੇ ਤੇ ਪੁੱਛਣ ਲੱਗ ਪਿਆ। ਜਨਮ ਸਾਖੀਕਾਰਾਂ ਨੇ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਹੁੰਦੀ ਵੀ ਦੱਸੀ ਹੈ। ਉਹ ਜਾ ਕੇ ਪੁੱਛਦੇ ਨੇ ਵੀ ਬਾਬਾ ਜੀ ਆਹ ਹਾਲਤ ਵਾਪਰ ਗਈ, ਵੀ ਮੈਂ ਇਸ ਪਾਸੇ ਆਇਆ ਸੀ ਤੇ ਮੇਰੇ ਕੰਡਾ ਵੱਜ ਗਿਆ, ਇਹ ਮਾੜੀ ਥਾਂ ਤੇ ਗਿਆ ਸੀ, ਇਹਨੂੰ ਫੇਰ ਮੋਹਰ ਲੱਭ ਗਈ ਹੈ, ਇਹ ਨਿਆਂ ਕਿੱਦਾਂ ਦਾ ਹੋਇਆ, ਮੈਨੂੰ ਇਹ ਦੱਸੋ ਵੀ ਇਹ ਕੀ ਵਾਪਰ ਗਿਆ। ਉਹ ਕਹਿੰਦੇ ਵੀ ਕੋਈ ਨਹੀਂ, ਆਪਾਂ ਇਹਦਾ ਹੱਲ ਕਰਦੇ ਹਾਂ। ਫਿਰ ਉਹ ਦੱਸਦਾ ਹੈ ਕਿ ਭਾਈ ਅਸਲ ਦੇ ਵਿੱਚ ਇਹ ਚੀਜ਼ਾਂ ਨਾ, ਮੈਂ ਅਕਸਰ ਆਪ ਜੀ ਦੇ ਨਾਲ ਬੇਨਤੀ ਕਰਦਾ ਪਿਆ, ਇਹ ਸਿੰਬੋਲਿਕ ਚੀਜ਼ਾਂ ਹੁੰਦੀਆਂ ਨੇ, ਚਿੰਨ੍ਹ ਹੁੰਦੇ ਨੇ। ਇਹ ਇੱਦਾਂ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਵੀ ਵਾਕਿਆ ਹੀ ਉਸੇ ਰੂਪ ਦੇ ਵਿੱਚ ਸਮਝੀਆਂ ਜਾਂਦੀਆਂ ਨੇ, ਨਹੀਂ। ਉਹ ਕਹਿੰਦਾ ਵੇਖ ਭਾਈ, ਤੇਰੇ ਜਿਹੜੇ ਕਰਮ ਸੀ ਨਾ ਉਹ ਸੋਨੇ ਦੀਆਂ ਮੋਹਰਾਂ ਵਰਗੇ ਕੀਮਤੀ ਨੇ। ਮਾਲਕ ਨੇ ਤੇਰੇ ਅੰਦਰ ਇੰਨੀ ਚੰਗਿਆਈ ਪਾਈ, ਸੋਨੇ ਦੀਆਂ ਮੋਹਰਾਂ ਵਰਗਾ ਕੀਮਤੀ ਹੈ ਤੇਰਾ ਜੀਵਨ। ਪਰ ਅਸਲ ਦੇ ਵਿੱਚ ਨਾ ਅਕਾਲ ਪੁਰਖ ਵਾਹਿਗੁਰੂ ਨੇ ਤੇਰੀ ਕਰਮਾਂ ਦੇ ਵਿੱਚ ਇੱਕ ਘੜਾ ਪੂਰਾ ਸੋਨੇ ਦੀਆਂ ਮੋਹਰਾਂ ਦਾ ਰੱਖਿਆ ਸੀ। ਪਰ ਜਦੋਂ ਤੂੰ ਗਲਤ ਥਾਂ ਤੇ ਜਾਂਦਾ ਰਿਹਾ ਹੈ ਨਾ, ਸਮਝ ਲਾ ਤੇਰੀਆਂ ਉਹ ਮੋਹਰਾਂ ਜਿਹੜੀਆਂ ਨੇ ਨਾ ਉਹ ਸੜਦੀਆਂ ਰਹੀਆਂ ਨੇ, ਉਹ ਕੋਲਾ ਬਣਦੀਆਂ ਰਹੀਆਂ ਨੇ। ਹੁਣ ਤੇਰੇ ਹੱਥ ਦੇ ਵਿੱਚ ਸਿਰਫ ਇੱਕ ਮੋਹਰ ਰਹਿ ਗਈ ਹੈ, ਉਹ ਵੀ ਸਿਰਫ ਇਸ ਗੱਲ ਦਾ ਅਹਿਸਾਸ ਕਰਾਉਣ ਦੇ ਲਈ ਵੀ ਤੈਨੂੰ ਮੋਹਰਾਂ ਮਿਲ ਸਕਦੀਆਂ ਸੀ ਜੇ ਤੂੰ ਕਿਤੇ ਗਲਤ ਰਸਤੇ ਦੇ ਉੱਤੇ ਨਾ ਜਾਂਦਾ। ਬਾਕੀ ਤੂੰ ਸਾੜ ਲਈਆਂ ਨੇ, ਤੇਰੇ ਕਰਮਾਂ ਕਰਕੇ ਸੜ ਗਈਆਂ ਨੇ। ਸੋਨਾ ਕੀ ਸੀ, ਮਤਲਬ ਬੜਾ ਕੀਮਤੀ ਚੀਜ਼ ਹੁੰਦੀ ਹੈ। ਹੁਣ ਸੋਨੇ ਦਾ ਮਤਲਬ ਕੀ ਹੋ ਗਿਆ ਵੀ ਤੇਰਾ ਜੀਵਨ ਬੜਾ ਕੀਮਤੀ ਸੀ। ਤੇ ਪਰ ਸਤਿਗੁਰੂ ਕਹਿੰਦੇ ਨੇ ਨਾ, ਮਨ ਏਕ ਨਾ ਚਿਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਵੀ ਜਦੋਂ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ ਤੇ ਤੇਰੇ ਗੁਣ ਗਲ ਜਾਂਦੇ ਨੇ। ਇਹ ਸੋਨੇ ਵਰਗਾ ਕੀਮਤੀ ਜੀਵਨ ਤੇਰਾ ਗਲ ਗਿਆ ਹੈ, ਤੂੰ ਗਲਤ ਥਾਂ ਤੇ ਜਾਂਦਾ ਹੈ। ਤਾਂ ਕਹਿੰਦੇ ਵੀ ਬਾਬਾ ਜੀ ਇਹਦੇ ਬਾਰੇ ਦੱਸੋ ਫਿਰ। ਉਹ ਕਹਿੰਦੇ ਭਾਈ ਅਸਲ ਦੇ ਵਿੱਚ ਨਾ ਇਹਦੇ ਕਰਮਾਂ ਦੇ ਵਿੱਚ ਮਾਲਕ ਨੇ ਬੜਾ ਵੱਡਾ ਕਸ਼ਟ ਰੱਖਿਆ ਸੀ। ਇੱਦਾਂ ਕਹਿ ਲਈਏ ਵੀ ਅਜੇ ਤੇ ਸੂਲੀ ਵੱਜੀ ਹੈ, ਇਹਦੇ ਕਰਮਾਂ ਦੇ ਵਿੱਚ ਮਾਲਕ ਨੇ ਸੂਲੀ ਵੀ ਰੱਖੀ ਹੋਈ ਸੀ, ਜਿਹੋ ਜਿਹੇ ਕਰਮ ਇਹ ਕਰਦਾ ਸੀ। ਪਰ ਇਹਨੇ ਆ ਕੇ ਤੇ ਸੰਗਤ ਦੇ ਵਿੱਚ ਬੈਠ ਕੇ ਵਾਹਿਗੁਰੂ ਦੀ ਕੀਰਤੀ ਨੂੰ ਸੁਣਿਆ ਹੈ, ਗਲਤ ਲੋਕਾਂ ਦੀ ਸੰਗਤ ਛੱਡੀ। ਹੌਲੀ ਹੌਲੀ ਇਹਨੇ ਆਪਣਾ ਸੁਭਾਅ ਬਦਲ ਲਿਆ। ਤੇ ਜਿਹੜਾ ਸੁਭਾਅ ਬਦਲਣ ਕਰਕੇ ਇਹਨੂੰ ਫਾਇਦਾ ਹੋਇਆ ਵੀ ਇਹਨੂੰ ਨੁਕਸਾਨ ਹੋਣਾ ਸੀ ਨਾ ਇਹਦੇ ਸੁਭਾਅ ਕਰਕੇ, ਉਹ ਸੁਭਾਅ ਹੁਣ ਇਹਦਾ ਚੰਗਾ ਬਣ ਗਿਆ। ਸੂਲ ਤੋਂ ਹੁਣ ਜਿਹੜੀ ਹੈ ਨਾ ਇੱਕ ਛੋਟੀ ਜੀ ਇੱਦਾਂ ਕਹਿ ਲਓ ਵੀ ਕੰਡਾ ਰਹਿ ਗਿਆ, ਇੱਕ ਸੂਲੀ ਬਣ ਕੇ ਰਹਿ ਗਈ। ਹੁਣ ਜਨਮ ਸਾਖੀ ਵਾਲਾ ਤੇ ਇੱਥੇ ਗੱਲ ਖਤਮ ਕਰ। ਇਹਦਾ ਭਾਵ ਕੀ ਸੀ ਵੀ ਭਾਈ ਜੇ ਗਲਤ ਰਸਤੇ ਦੇ ਉੱਤੇ ਤੁਰੇ ਰਹੇ, ਅੰਦਰ ਦੀਆਂ ਜਿਹੜੀਆਂ ਚੰਗਿਆਈਆਂ ਹੁੰਦੀਆਂ ਨੇ ਨਾ ਮਰ ਜਾਂਦੀਆਂ ਨੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਾਂ,
ਸਾਡੇ 14-15 ਸਾਲਾਂ ਦੇ ਬੱਚੇ ਬੜਾ ਵਧੀਆ ਪਾਠ ਕਰ ਲੈਂਦੇ ਨੇ। ਤੁਸੀਂ ਇੱਥੇ ਪ੍ਰੈਕਟੀਕਲ ਕਰਕੇ ਵੇਖ ਲਓ, ਸਾਰਾ ਕੁਝ ਕਰ ਲੈਂਦੇ। ਬਹੁਤ ਵੱਖਰੀ ਹੈ ਸੰਗਤ ਦੀ ਬਾਕੀ ਥਾਵਾਂ ਦੀ ਸੰਗਤ ਨਾਲੋਂ। ਤੁਸੀਂ ਬਿਠਾ ਦਿਓ ਕਿਸੇ ਨੂੰ, ਉਹਨੂੰ ਸ਼ਰਮ ਹੀ ਆਈ ਜਾਏਗੀ ਵੀ ਹਾਏ ਮੈਂ ਕੋਈ ਸ਼ਬਦ ਪੜ੍ਹਨਾ, ਮੈਨੂੰ ਸਾਹਮਣੇ ਬਿਠਾ ਦਿੱਤਾ ਸੰਗਤ ਦੇ। ਇਹ ਕੀ ਹੋ ਜਾਂਦਾ? ਇਹ ਬਾਕੀਆਂ ਦਾ ਅਸਰ। ਜਿਹੜਾ ਬੰਦਾ ਬਾਹਰ ਚੁੱਪ ਨਹੀਂ ਕਰਦਾ, ਗੁਰਦੁਆਰੇ ਆ ਕੇ ਕਿਉਂ ਨਹੀਂ ਬੋਲ ਪਾਉਂਦਾ? ਕਿਉਂ? ਸ਼ਰਮ ਆਵੇਗੀ, ਇੰਨਾ ਮਾੜਾ ਮਹਿਸੂਸ ਕਰਦਾ ਪਿਆ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਭਾਈ ਸੰਗਤ ਦੇ ਵਿੱਚ ਤੇ ਆਉਂਦਾ ਹੀ ਹੈ, ਪਰ ਇੱਕ ਕੰਮ ਨਾਲ ਕਰਦਾ ਹੈ, ਮਾੜੇ ਪਾਸੇ ਵੀ ਨਹੀਂ ਜਾਂਦਾ, ਬੁਰੇ ਪਾਸੇ ਵੀ ਨਹੀਂ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਹੀ ਇੱਕ ਸ਼ਲੋਕ ਹੈ, ਜਿਹਦੇ ਵਿੱਚ ਉਹ ਗੱਲ ਕਰਦੇ ਹੁੰਦੇ ਨੇ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਉਹ ਕਹਿੰਦੇ ਕਿਤੇ ਬੇਰੀ ਦੇ ਦਰਖਤ ਦੇ ਨੇੜੇ ਕੇਲੇ ਦਾ ਦਰਖਤ ਉੱਗਿਆ ਹੋਵੇ, ਤੇ ਤੁਹਾਨੂੰ ਵੀ ਪਤਾ ਵੀ ਜਿਹੜੇ ਬੇਰੀ ਦੇ ਕੰਡੇ ਲੱਗੇ ਹੁੰਦੇ ਨੇ ਉਹ ਕੇਲੇ ਦੇ ਤਣੇ ਦੇ ਵਿੱਚ ਵੱਜਦੇ ਨੇ, ਤੇ ਜਦੋਂ ਹਨੇਰੀ ਆਉਂਦੀ ਹੈ ਨਾ ਤੇ ਉਹ ਬੇਰੀ ਝੂਲਦੀ ਹੈ, ਤੇ ਉਹਦੇ ਜਿਹੜੇ ਕੰਡੇ ਨੇ ਉਹ ਜਦੋਂ ਕੇਲੇ ਦੇ ਤਣੇ ਦੇ ਵਿੱਚ ਵੱਜਦੇ ਨੇ ਤੇ ਉਹ ਬਹੁਤਾ ਮਜ਼ਬੂਤ ਨਹੀਂ ਹੁੰਦਾ, ਉਹਦੀ ਲੱਕੜ ਨਹੀਂ ਹੁੰਦੀ, ਤੇ ਉਹ ਕੀ ਹੁੰਦਾ ਵੀ ਉਹਨੂੰ ਸਾਰੇ ਨੂੰ ਚੀਰ ਕੇ ਤੇ ਸਾਰਾ ਹੀ ਉਹਦਾ ਬੇਕਾਰ ਕਰਕੇ ਰੱਖ ਦਿੰਦੀ ਹੈ। ਬਾਬਾ ਕਬੀਰ ਕਹਿੰਦੇ ਨੇ ਇੱਦਾਂ ਮਾੜੇ ਬੰਦਿਆਂ ਦੀ ਸੰਗਤ ਹੈ। ਇਸ ਕਰਕੇ ਇਹਦੇ ਤੋਂ ਆਪਣੇ ਆਪ ਨੂੰ ਅਵੋਇਡ ਕਰਨਾ। ਹੋਰ ਤਸੰਗ ਕੁਸੰਗ ਨਾ ਰਚੈ। ਫਿਰ ਨਾਲ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਪੰਥ ਸੁਹੇਲੜਾ। ਪੰਥ ਦਾ ਮਤਲਬ ਹੁੰਦਾ ਹੈ ਰਸਤਾ। ਭਾਈ ਜਿਹੜਾ ਗੁਰਮੁਖਾਂ ਦਾ ਰਸਤਾ ਹੈ ਨਾ, ਉਹ ਬੜਾ ਸੌਖਾ ਹੈ, ਬੜਾ ਸੋਹਣਾ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਕਿਉਂ ਸੋਹਣਾ ਹੈ? ਕਹਿੰਦੇ 12 ਪੰਥ ਨਾ ਖੇਚਲ ਖੱਚੈ। ਇਹ 12 ਪੰਥਾਂ ਦੀ ਖੇਚਲ ਦੇ ਵਿੱਚ ਨਹੀਂ ਪੈਂਦਾ। ਖੇਚਲ ਦਾ ਅਰਥ ਵੈਸੇ ਹੁੰਦਾ ਹੈ ਥਕਾਵਟ, ਮਿਹਨਤ। 12 ਪੰਥ ਦਾ ਮਤਲਬ ਹੁੰਦਾ ਹੈ 12 ਰਸਤੇ। ਨਾਥ ਪੰਥ ਦੇ ਵਿੱਚ 12 ਰਸਤੇ ਨੇ, ਜਿਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਈ ਪੰਥ ਦਾ ਜ਼ਿਕਰ ਆਉਂਦਾ ਹੈ। ਜਿੱਦਾਂ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇੱਦਾਂ ਹੀ ਵੈਰਾਗੀ ਪੰਥ ਦੀ ਜ਼ਿਕਰ ਆਉਂਦਾ ਹੈ, ਰਾਵਲ ਪੰਥ ਦਾ ਜ਼ਿਕਰ ਆਉਂਦਾ ਹੈ। ਇਹ ਕੁੱਲ 12 ਪੰਥ ਨੇ। ਪੰਥ ਦਾ ਮਤਲਬ 12 ਰਸਤੇ। ਹੁਣ ਜਿਹੜਾ ਸਿੱਖੀ ਦਾ ਰਸਤਾ ਹੈ, ਗੁਰਮੁਖ ਹੋਣ ਦਾ ਰਸਤਾ ਹੈ, ਉਹ ਇਹਨਾਂ 12 ਪੰਥਾਂ ਵਾਲਾ ਨਹੀਂ ਹੈ। ਇਹਨਾਂ ਪੰਥਾਂ ਦੇ ਵਿੱਚੋਂ ਕੁਝ ਇੱਦਾਂ ਦੇ ਪੰਥ ਨੇ ਜਿਨ੍ਹਾਂ ਦੀ ਹਰ ਇੱਕ ਦੀ ਆਪਣੀ ਆਪਣੀ ਫਿਲਾਸਫੀ, ਤੇ ਉਹ ਕਹਿੰਦੇ ਨੇ ਘਰ-ਬਾਰ ਛੱਡੋ। ਇੱਕ ਗੱਲ ਦਾ ਜ਼ਿਕਰ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਇਹ ਜ਼ਿਕਰ ਖਾਲਸਾ ਸਮਾਚਾਰ ਦੇ ਵਿੱਚ ਭਾਈ ਵੀਰ ਸਿੰਘ ਹੋਣਾ ਨੇ ਕੀਤਾ ਹੈ, ਤੇ ਵੈਸੇ ਇਸ ਗੱਲ ਦਾ ਜ਼ਿਕਰ ਜਿਹੜਾ ਹੈ ਭਗਤ ਪੂਰਨ ਸਿੰਘ ਹੋਣਾ ਨੇ, ਜੋ ਉਹਨਾਂ ਦੇ ਜੀਵਨ ਦੀ ਕਿਤਾਬ ਮਿਲਦੀ ਹੈ, ਉਹਦੇ ਵਿੱਚ ਅਖੀਰਲੇ ਜਿਹੜੇ ਪੇਜ ਆਉਂਦੇ ਨੇ ਉਹਨਾਂ ਦੇ ਉੱਤੇ ਜ਼ਿਕਰ ਆਉਂਦਾ ਹੈ ਇਸ ਘਟਨਾ ਦਾ। ਉਹ ਕਹਿੰਦੇ ਨੇ ਵੀ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ, ਕੀਰਤਪੁਰ ਤੋਂ ਆਨੰਦਪੁਰ ਸਾਹਿਬ ਵੱਲ ਨੂੰ, ਕਿਉਂਕਿ ਉੱਥੇ ਹੁਣ ਵੀ ਤੁਸੀਂ ਵੇਖੋ ਤੇ ਉਹ ਪਹਾੜੀ ਰਸਤਾ ਹੈ ਅਜੇ ਵੀ, ਤੇ ਉਸ ਇਲਾਕੇ ਦੇ ਵਿੱਚ ਕਹਿੰਦੇ ਇੱਕ ਨਿਹੰਗ ਸਿੰਘ ਸੀ। ਉਹ ਜਿਹੜਾ ਨਿਹੰਗ ਸਿੰਘ ਹੈ ਨਾ, ਉਹ ਵਿਰਕਤ ਹੈ, ਉਹਨੇ ਘਰ-ਬਾਰ ਛੱਡਿਆ ਹੋਇਆ ਹੈ। ਸਿੱਖੀ ਦੇ ਵਿੱਚ 2 ਤਰੀਕਿਆਂ ਦੇ ਲੋਕ ਨੇ। ਮੌਜ ਹੈ ਕਿਸੇ ਦੀ ਗ੍ਰਸਥ ਦੇ ਵਿੱਚ ਆ ਜਾਵੇ, ਮੌਜ ਹੈ ਕਿਸੇ ਦੀ ਉਹ ਜਿਹੜਾ ਹੈ ਉਹ ਜੀ ਕਰਦਾ ਤੇ ਵਿਆਹ ਕਰਾ ਲਵੇ, ਨਹੀਂ ਕਰਦਾ ਤੇ ਨਾ ਕਰਾਵੇ। ਵੈਸੇ ਗ੍ਰਸਥੀ ਹੋਣਾ ਚੰਗਾ ਹੈ, ਪਰ ਮੌਜ ਹੈ ਕਿਸੇ ਦੀ, ਕਿਸੇ ਨੇ ਨਹੀਂ ਵੀ ਕਰਾਇਆ ਤੇ ਉਹਦੇ ਵਿੱਚ ਇਹ ਨਹੀਂ ਵੀ ਸਿਰਫ ਗ੍ਰਸਥੀਆਂ ਦੇ ਲਈ ਹੀ ਰੱਬ ਹੈ, ਵਿਰਕਤਾਂ ਦੇ ਲਈ ਵੀ ਓਨਾ ਹੀ ਹੈ। ਚਲੋ ਇਹ ਕਿਤੇ ਵਿਸ਼ਾ ਬਣੇਗਾ ਤੇ ਆਪ ਜੀ ਦੇ ਨਾਲ ਗੱਲ ਸਾਂਝੀ ਕਰਾਂਗਾ। ਉਹ ਨਿਹੰਗ ਸਿੰਘ ਵਿਰਕਤ ਸੀ, ਉਹਨੇ ਵਿਆਹ ਨਹੀਂ ਸੀ ਕਰਾਇਆ। ਹੁਣ ਉਹਨੇ ਸਾਰਾ ਦਿਨ ਕੀ ਕਰਦੇ ਰਹਿਣਾ? ਸਾਰਾ ਦਿਨ ਉਹਨੇ ਜਿਹੜੀਆਂ ਨੇ ਰਸਤਾ ਜਿਹੜਾ ਸੀ ਨਾ ਉਹਨੂੰ ਸਾਫ਼ ਕਰਦੇ ਰਹਿਣਾ, ਪਹਾੜਾਂ ਦੇ ਵਿੱਚ ਰਸਤਾ ਕੱਢਦੇ ਰਹਿਣਾ, ਤੇ ਦਰਖਤ ਉਹਨੇ ਪਰੇ ਕਰਦੇ ਰਹਿਣਾ, ਰਸਤਾ ਸੜਕ ਬਣਾ ਰਿਹਾ ਸੀ। ਕਹਿੰਦੇ ਵੀ ਕਨਿੰਗਮ ਨੂੰ, ਅੰਗਰੇਜ਼ ਅਫਸਰ ਸੀ, ਉਹਨੂੰ ਪਤਾ ਲੱਗਾ ਵੀ ਇੱਥੇ ਨਿਹੰਗ ਸਿੰਘ ਜਿਹੜਾ ਨਾ ਉਹ ਸਾਰਾ ਦਿਨ ਸੇਵਾ ਕਰਦਾ ਰਹਿੰਦਾ, ਆ ਕੇ ਵੀ ਕੰਮ ਕਰਦਾ ਰਹਿੰਦਾ। ਉਹ ਆਪਣੇ ਜਦੋਂ ਬਾਕੀ ਅਫਸਰਾਂ ਦੇ ਨਾਲ ਉਹਦੇ ਕੋਲ ਆਇਆ ਨਾ, ਤੇ ਉਹਨੂੰ ਪੁੱਛਦਾ ਆ ਕੇ, ਹੁਣ ਜਦੋਂ ਵੇਖਿਆ ਤੇ ਬਾਬਾ ਜਿਹੜਾ ਹੈ ਉਹ ਸੜਕ ਦਾ ਸਫਾਈ ਕਰਦਾ ਪਿਆ ਸੀ, ਸੜਕ ਬਣਾ ਰਿਹਾ ਸੀ, ਤੇ ਉਹਦੇ ਕੱਪੜੇ ਪਸੀਨੇ ਦੇ ਨਾਲ ਭਿੱਜੇ ਪਏ ਨੇ। ਤੇ ਉਹਨੂੰ ਇਦਾਂ ਦਾ ਸੁਭਾਅ ਸੀ ਉਹਦਾ। ਭਗਤ ਪੂਰਨ ਸਿੰਘ ਕਹਿੰਦੇ ਨੇ ਵੀ ਪਿੰਡ ਵਾਲਿਆਂ ਨੂੰ ਉਹਨੇ ਮਿਲਣ ਤੋਂ ਮਨਾ ਕੀਤਾ ਹੋਇਆ ਸੀ ਵੀ ਮੇਰੇ ਲਾਗੇ ਆ ਕੇ ਕਿਸੇ ਨੇ ਮਿਲਣਾ ਨਹੀਂ ਹੈ। ਉਹ ਜੇ ਕਿਤੇ ਲੋੜ ਪੈਂਦੀ ਸੀ ਕੱਪੜਿਆਂ ਦੀ, ਖਾਸ ਥਾਵਾਂ ਰੱਖੀਆਂ ਹੁੰਦੀਆਂ ਸੀ ਵੀ ਇਸ ਥਾਂ 'ਤੇ ਕੱਪੜੇ ਰੱਖ ਜਾਇਓ, ਉਹਨੇ ਉੱਥੋਂ ਕੱਪੜੇ ਪਾ ਲੈਣੇ। ਤੇ ਜੇ ਕਿਤੇ ਰੋਟੀ ਪਾਣੀ ਜਿਹੜਾ ਲੰਗਰ ਦੇ ਵਿੱਚ ਉਹਨੂੰ ਮਿਲ ਜਾਣਾ, ਉਹ ਵੀ ਥਾਵਾਂ ਰੱਖੀਆਂ ਹੁੰਦੀ ਸੀ ਵੀ ਇੱਥੋਂ ਆ ਕੇ ਉਹ ਪ੍ਰਸ਼ਾਦਾ ਛਕ ਲਵੇਗਾ। ਕਿਸੇ ਨਾਲ ਬਹੁਤੀ ਗੱਲ ਨਹੀਂ ਸੀ ਕਰਦਾ। ਤੇ ਬਹੁਤੀ ਵਾਰ ਇੱਦਾਂ ਵੀ ਹੁੰਦਾ ਸੀ ਵੀ ਜੰਗਲ ਦੇ ਵਿੱਚੋਂ ਹੀ ਉਹਨੇ ਫਲ ਖਾ ਕੇ ਤੇ ਬਸ ਗੁਜ਼ਾਰਾ ਕਰ ਲੈਣਾ, ਨਹੀਂ ਮਿਲੇ ਤੇ ਤਾਂ ਵੀ ਕੋਈ ਗੱਲ ਨਹੀਂ। ਇੱਦਾਂ ਦਾ ਜੀਵਨ ਸੀ, ਬੜਾ ਸੰਤੋਖੀ ਸੀ। ਉਹਨੂੰ ਅਫਸਰ ਆ ਕੇ ਪੁੱਛਦਾ ਹੈ ਵੀ ਵੇਖ ਤੇਰੇ ਸਰੀਰ 'ਚੋਂ ਇੰਨਾ ਪਸੀਨਾ ਚੋ ਰਿਹਾ, ਤੇ ਮੈਨੂੰ ਇਹ ਦੱਸ
ਰੱਬ ਨਾ ਕਰੇ ਕੱਲ ਨੂੰ ਤੂੰ ਜਦੋਂ ਚੜ੍ਹਾਈ ਕਰ ਗਿਆ ਤੇ ਤੇਰਾ ਤੇ ਨਾਮ ਵੀ ਲੈਣ ਵਾਲਾ ਕੋਈ ਨਹੀਂ ਹੋਣਾ। ਕਿਉਂ? ਕਿਉਂਕਿ ਤੇਰਾ ਕਿਹੜਾ ਪਰਿਵਾਰ ਹੈ ਅੱਗੇ ਵੀ ਤੇਰੇ ਨਾਂ ਦੇ ਬਾਰੇ ਗੱਲ ਕਰਨਗੇ ਵੀ ਸਾਡੇ ਬਾਬੇ ਨੇ ਸੜਕ ਪੁੱਟੀ ਹੈ, ਵੀ ਆਹ ਸੜਕ ਸਾਡੇ ਬਾਬੇ ਨੇ ਬਣਾਈ ਹੈ, ਤੇ ਤੂੰ ਫਿਰ ਵੀ ਇਹੋ ਜਿਹੀ ਸੜਕ ਕਿਉਂ ਬਣਾਈ ਜਾਂਦਾ, ਇਹੋ ਜਿਹਾ ਕੰਮ ਕਿਉਂ ਕਰਦਾ ਪਿਆ? ਉਹ ਅੱਗੋਂ ਜਵਾਬ ਦਿੰਦਾ, ਕਹਿੰਦਾ ਵੀ ਭਾਈ ਅਸਲ ਦੇ ਵਿੱਚ ਨਾ ਆਹ ਜਿਹੜਾ ਇਲਾਕਾ ਹੈ ਨਾ, ਇੱਥੋਂ ਦੇ ਲੋਕਾਂ ਨੂੰ ਜਦੋਂ ਦੂਜੇ ਇਲਾਕੇ ਦੇ ਵਿੱਚ ਜਾਣਾ ਪੈਂਦਾ ਤੇ ਬੜਾ ਉੱਚਾ ਸਫ਼ਰ, ਬੜੀ ਦੂਰ ਦੀ ਵਲ ਕੇ ਆਉਣਾ ਪੈਂਦਾ। ਉਹਦੇ ਨਾਲ ਦਿੱਕਤ ਇਹ ਹੁੰਦੀ ਹੈ ਵੀ ਜੇਕਰ ਇਹ ਨਿੱਕੇ ਛੋਟੇ ਰਸਤੇ ਤੋਂ ਜਾਂਦੇ ਨੇ ਤੇ ਉਹਦੇ ਨਾਲ ਰਸਤੇ ਦੇ ਵਿੱਚ ਜਿਹੜੇ ਜਾਨਵਰ ਨੇ ਉਹਨਾਂ ਦਾ ਡਰ ਇਹਨਾਂ ਨੂੰ ਹੁੰਦਾ ਹੈ, ਬੱਚਿਆਂ ਦਾ, ਬੀਬੀਆਂ ਦਾ ਨਿਕਲਣਾ ਔਖਾ ਹੋ ਜਾਂਦਾ। ਮੈਂ ਇਹਨਾਂ ਦੀ ਸਹੂਲਤ ਲਈ ਸੜਕ ਪੁੱਟਦਾ ਪਿਆ। ਉਹਨੂੰ ਪੁੱਛਦਾ ਵੀ ਤੇਰਾ ਕਿਹੜਾ ਆਪਣਾ ਪਰਿਵਾਰ ਹੈ? ਕਹਿੰਦਾ ਕੋਈ ਨਹੀਂ, ਮੈਂ ਇਹਨਾਂ ਦੇ ਕੋਲੋਂ ਲੈ ਕੇ ਖਾਂਦਾ ਹਾਂ, ਤੇ ਜੇ ਮੈਂ ਵਿਹਲਾ ਰਹਿੰਦਾ ਹਾਂ ਤੇ ਫਿਰ ਬੁਰੀ ਆਦਤ ਹੈ। ਮਤਲਬ ਕੀ ਹੈ ਵੀ ਜੇ ਵਿਰਕਤ ਵੀ ਹੋ ਗਏ ਨੇ ਨਾ, ਜੇ ਸਾਧ ਵਿਹਲੇ ਵੀ ਨੇ, ਤੇ ਸਿੱਖੀ ਦੇ ਵਿੱਚ ਉਹ ਸਾਧ ਇੱਦਾਂ ਦੇ ਨਹੀਂ ਨੇ ਵੀ ਜਿਹੜਾ ਕੁਝ ਕਰਦੇ ਹੀ ਨਹੀਂ ਨੇ। ਇੱਕ ਤੇ ਸਾਧੂ ਉਹ ਹੋ ਗਏ ਨਾ ਵੀ ਜਿਨ੍ਹਾਂ ਨੇ ਕੰਮ ਮੰਗਣ ਤੇ ਰੱਖ ਲਿਆ, ਜੀ ਅਸੀਂ ਘਰ-ਬਾਰ ਛੱਡਦੇ ਤੇ ਮੰਗਣਾ ਸ਼ੁਰੂ ਕਰ ਦਿੱਤਾ। ਸਿੱਖੀ ਦੇ ਵਿੱਚ ਬੜੇ ਵਿਰਕਤ ਇੱਦਾਂ ਦੇ ਸੀ ਜਿਹੜੇ ਆਨੰਦ ਕਾਰਜ ਨਹੀਂ ਸੀ ਕਰਾਉਂਦੇ, ਬੜੇ ਸਾਧ ਇੱਦਾਂ ਦੇ ਨੇ, ਪਰ ਉਹ ਕੀ ਕਰਦੇ ਹੁੰਦੇ ਸੀ, ਕਦੀ ਵੀ ਦੂਸਰੇ ਦੇ ਉੱਤੇ ਭਾਰ ਨਹੀਂ ਸੀ ਬਣਦੇ ਹੁੰਦੇ। ਸਾਡਾ ਸਮਾਂ ਨੇੜੇ ਹੋ ਜਾਵੇਗਾ, ਮੈਂ ਇੱਕ ਘਟਨਾ ਆਪ ਜੀ ਦੇ ਅੱਗੇ ਰੱਖ ਦੇਵਾਂ। ਆ ਤੁਹਾਡੇ ਸਾਹਮਣੇ ਉਹ ਵੇਖੋ ਨਾ, ਕਲੀਨ ਸੀ ਰਹੇ ਨੇ ਹੁਣ। ਇਹ ਕਿੱਦਾਂ ਦਾ ਕੰਮ ਹੈ ਵੇਖੋ, ਹੋ ਰਿਹਾ ਤੇ ਸ਼ੋਰ ਨਹੀਂ ਹੋ ਰਿਹਾ। ਬਹੁਤਿਆਂ ਨੂੰ ਹੁਣ ਪਤਾ ਲੱਗੇਗਾ ਵੀ ਸੀਤਾ ਜਾ ਰਿਹਾ, ਸੰਗਤ ਦੇ ਵਿੱਚ ਬੈਠੇ ਹੀ ਲੱਗੇ ਪਏ ਸੀ ਨਾ। ਨਹੀਂ, ਜੇ ਇਮਾਨਦਾਰੀ ਨਾਲ ਸੋਚੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਵੇਗਾ ਵੀ ਸੀ ਰਹੇ ਸੀ ਕਿ ਨਹੀਂ। ਔਰ ਲਗਭਗ ਜਦੋਂ ਦਾ ਮੈਂ ਦਰਬਾਰ ਸਾਹਿਬ ਹੈ ਉਹ ਤੋਂ ਪਹਿਲਾਂ ਦੇ ਲੱਗੇ ਪਏ ਨੇ, ਉਹ ਥੱਲੇ ਇੱਕ ਸੇਵਾ ਹੋਈ ਹੈ। ਚਲੋ ਜਿਹੜੀ ਮੈਂ ਗੱਲ ਕਰਨੀ ਹੈ ਉਹ ਇਹ ਸੀ ਕਿ ਜਿਹੜੇ ਸੇਵਾਪੰਥੀ ਸੰਤ ਹੁੰਦੇ ਸੀ ਉਹਨਾਂ ਦਾ ਕੀ ਕੰਮ ਹੁੰਦਾ ਸੀ, ਸਾਰਾ ਦਿਨ ਮੁੰਜ ਕੁੱਟਦੇ ਰਹਿੰਦੇ ਹੁੰਦੇ ਸੀ। ਵਾਣ ਬਣਦਾ ਹੈ ਉਹਦੇ ਤੋਂ। ਉਹਨਾਂ ਕੀ ਕਰਨਾ, ਦਰਬਾਰ ਦੇ ਅੰਦਰ ਇੱਦਾਂ ਬੈਠੇ ਰਹਿਣਾ, ਕੀਰਤਨ ਚੱਲਦੇ ਰਹਿਣੀ, ਕਥਾ ਚੱਲਦੀ ਰਹਿਣੀ, ਦਰਬਾਰ ਦੇ ਵਿੱਚ ਸੇਵਾ ਚੱਲਦੀ ਰਹਿਣੀ। ਉਹਨਾਂ ਦੇ ਹੱਥ ਨਹੀਂ ਸੀ ਕਦੀ ਸੇਵਾ ਤੋਂ ਵਿਹਲੇ ਹੁੰਦੇ। ਉਹਨਾਂ ਨੇ ਉੱਥੇ ਬੈਠਿਆਂ ਨੇ ਨਾਲੇ ਜਾਪ ਕਰੀ ਜਾਣਾ ਤੇ ਨਾਲੇ ਉਹਨਾਂ ਨੇ ਉਹ ਮੁੰਜ ਵੱਟੀ ਜਾਣੀ। ਉਹਦੇ ਨਾਲ ਫਿਰ ਕੀ ਹੁੰਦਾ ਸੀ ਵੀ ਜਿਹੜੀ ਮੁੰਜ ਦੀ ਕਮਾਈ ਹੋਣੀ ਨਾ, ਥੋੜ੍ਹੇ ਬਹੁਤੇ ਪੈਸੇ ਉਹਨਾਂ ਦੀ ਜੇਬ ਦੇ ਵਿੱਚ ਆਉਣੇ, ਆਪਣੀ ਕਮਾਈ ਉਹਨਾਂ ਨੇ ਜਿਹੜੀ ਕਰਨੀ, ਉਹਦੀ ਕਮਾਈ ਕਰਕੇ ਤੇ ਉਹ ਆਪਣੇ ਉੱਤੇ ਕੁਝ ਖਰਚ ਕਰ ਲੈਂਦੇ ਹੁੰਦੇ ਸੀ, ਤੇ ਜੇ ਵੱਧ ਗਏ ਤੇ ਸੰਗਤ 'ਤੇ ਖਰਚ ਕਰ ਦੇਣੇ। ਸੰਗਤ ਦਾ ਲੰਗਰ ਚੱਲਦਾ ਰਹਿੰਦਾ ਸੀ ਆਪਣੇ ਰੂਪ ਦੇ ਵਿੱਚ, ਪਰ ਉਹਨਾਂ ਨੇ ਇਹ ਨਹੀਂ ਵੀ ਅਸੀਂ ਘਰ-ਬਾਰ ਛੱਡਿਆ ਤੇ ਅਸੀਂ ਸੰਗਤ ਦੇ ਉੱਤੇ ਭਾਰ ਪਾਤਾ, ਨਹੀਂ, ਆਪਣੀ ਕਮਾਈ ਫਿਰ ਵੀ ਉਹ ਆਪ ਹੀ ਕਰਦੇ ਰਹਿੰਦੇ ਸੀ। ਇੱਦਾਂ ਦੇ ਸੇਵਾਪੰਥੀ, ਤੇ ਇਹਨਾਂ ਜੀਵਨ ਦੇ ਵਿੱਚ ਮਾਲਕ ਨੇ ਤਿਆਗ ਦਿੱਤਾ ਹੀ। ਭਾਈ ਵੀਰ ਸਿੰਘ ਕਹਿੰਦੇ ਨੇ ਵੀ ਇਹ ਇੱਦਾਂ ਦੇ ਸੰਤ ਸੀ ਵੀ ਇਹਨਾਂ ਦਾ ਜਿਹੜਾ ਕਸ਼ਹਿਰਾ ਹੈ, ਜੋ ਇਹਨਾਂ ਦਾ ਆਪਣਾ ਵਸਤਰ ਹੈ, ਉਹ ਸਿਰਫ ਇਹਨਾਂ ਦਾ ਵੱਖਰਾ ਵੱਖਰਾ ਵਸਤਰ ਹੈ। ਲੋਈ ਸਰ, ਇਹ ਚਾਰ ਜੇ ਸਾਧੂ ਬੈਠੇ ਨੇ ਨਾ ਇੱਕ ਕੁਟੀਆ ਦੇ ਵਿੱਚ, ਤੇ ਲੋਈ ਸਾਰਿਆਂ ਦੀ ਸਾਂਝੀ। ਵੀ ਜੇਕਰ ਇੱਕ ਨੇ ਸ਼ਹਿਰ ਜਾਣਾ ਹੈ ਤੇ 3 ਜਣੇ ਕੁਟੀਆ ਦੇ ਵਿੱਚ ਰਹਿਣਗੇ, ਲੋਈ ਸਾਂਝੀ ਹੈ, ਬਸ ਉਸੇ ਲੋਈ ਨੂੰ ਬੁੱਕਲ ਮਾਰਨੀ ਤੇ ਸ਼ਹਿਰ ਦੇ ਵਿੱਚ ਜਾ ਕੇ ਤੇ ਜਿਹੜਾ ਹੈ ਉਹ ਵਾਣ ਦੇ ਆਉਣਾ, ਤੇ ਉਹਦੇ ਬਦਲੇ ਦੇ ਵਿੱਚ ਕੁਝ ਪੈਸੇ ਲੈ ਆਉਣੇ, ਆ ਕੇ ਲੋਈ ਫੇਰ ਰੱਖ ਦੇਣੀ ਵੀ ਜੇ ਅਗਲੇ ਕਿਸੇ ਨੇ ਜਾਣਾ ਤੇ ਉਹ ਲੋਈ ਲੈ ਕੇ ਚਲਾ ਜਾ। ਹੈ ਵਿਰਕਤ ਨੇ, ਉਹ ਸਾਧੂ ਨੇ, ਪਰ ਫਿਰ ਵੀ ਉਹਨਾਂ ਸਾਧੂਆਂ ਵਰਗੇ ਨਹੀਂ ਜਿਨ੍ਹਾਂ ਨੇ ਘਰ-ਬਾਰ ਛੱਡੇ ਹੋਏ ਨੇ। ਨਹੀਂ, ਉਹ ਕਿਸੇ ਦੇ ਉੱਤੇ ਭਾਰ ਨਹੀਂ ਸੀ ਬਣਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਪੰਥ ਸੁਹੇਲੜਾ। 12 ਪੰਥ ਨਾ ਖੇਚਲ ਖੱਚੈ, ਉਹ 12 ਪੰਥਾਂ ਵਾਲੀ ਖੇਚਲ ਦੇ ਵਿੱਚ ਨਹੀਂ ਪੈਂਦਾ ਵੀ ਘਰ ਛੱਡਦਾ ਤੇ ਬਸ ਗੱਲ ਖਤਮ ਹੋ ਗਈ। ਕਹਿੰਦੇ ਨਹੀਂ, ਘਰ ਛੱਡ ਕੇ ਵੀ ਉਹ ਬੰਦੇ ਸੇਵਾ ਕਰਦੇ ਰਹਿੰਦੇ ਹੁੰਦੇ ਸੀ। ਫਿਰ ਵੇਖੋ, ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਬੋਲ ਪਰਚੈ। ਕਹਿੰਦੇ ਗੁਰਮੁਖਾਂ ਦਾ ਜਿਹੜਾ ਸੁਭਾਅ ਹੈ, ਬਾਹਰ ਦੀ ਦੁਨੀਆ ਦੇ ਵਿੱਚ ਬੜਾ ਵੱਡਾ ਇਹ ਮੈਟਰ ਹੈ ਜਿਹਨੂੰ ਕਾਸਟਿਜ਼ਮ ਕਿਹਾ ਜਾਂਦਾ ਹੈ, ਵੀ ਫਲਾਣਿਆਂ ਤੇਰੀ ਜਾਤੀ ਕਿਹੜੀ ਹੈ ਤੇ ਦੂਜਿਆਂ ਤੇਰੀ ਜਾਤੀ ਕਿਹੜੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਇਹ ਲੱਭਣਾ ਸਭ ਤੋਂ ਮੁਸ਼ਕਿਲ ਹੈ। ਅਸੀਂ ਹੁਣ ਬੈਠੇ ਹੀ ਆ ਨਾ, ਮਹਾਰਾਜ ਕਿਰਪਾ ਕਰੇ ਸਾਨੂੰ ਬਾਹਰ ਸਮਾਜ ਦੇ ਵਿੱਚ ਕੋਈ ਕੁਝ ਕਹਿੰਦਾ ਹੋਵੇਗਾ, ਜੀ ਇਹ ਫਲਾਣਾ ਹੈ, ਉਹ ਆ ਹੈ, ਇਹਦੀ ਜਾਤੀ ਉਹ ਹੈ, ਉਹਦੀ ਜਾਤੀ ਆ ਹੈ। ਅਸੀਂ ਕਦੀ ਸੰਗਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਨਾਮ ਵੀ ਨਹੀਂ ਲੈਂਦੇ। ਸਾਨੂੰ ਕੀ ਲੱਗੇ, ਅਸੀਂ ਸਾਰੇ ਬਰਾਬਰ ਹੋ ਕੇ ਬੈਠੇ ਹਨ। ਵਰਨ ਅਵਰਨ ਦਾ ਮਤਲਬ ਹੈ ਵੀ ਭਾਵੇਂ ਕੋਈ ਉੱਚਾ ਹੈ ਤੇ ਭਾਵੇਂ ਕੋਈ ਨੀਵਾਂ ਹੈ, ਸਾਰੇ ਇੱਦਾਂ ਇਕੱਠੇ ਹੋ ਕੇ ਬੈਠਦੇ ਨੇ ਜਿੱਦਾਂ ਪਾਨ ਦੇ ਪੱਤੇ ਦੇ ਵਿੱਚ ਬਾਕੀ ਰੰਗ ਆ ਕੇ ਮਿਲ ਜਾਂਦੇ ਨੇ। ਇੱਦਾਂ ਇਕੱਠੇ ਹੋ ਕੇ ਬੈਠਣਾ ਹੈ ਜਿੱਦਾਂ ਅਸੀਂ ਬੈਠੇ ਹਾਂ। ਕੌਣ ਕਿਸੇ ਨੂੰ ਪੁੱਛ ਕੇ ਬੈਠਾ ਵੀ ਭਾਈ ਤੂੰ ਕੌਣ ਤੇ ਦੂਜਾ ਕੌਣ ਹੈ? ਇੱਦਾਂ ਇਕੱਠੇ ਹੋ ਕੇ ਬੈਠਦੇ ਨੇ ਗੁਰਮੁਖ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਦਰਸ਼ਨ ਦੇਖਣਾ, 6 ਦਰਸ਼ਨ ਪਰਸਨ ਨਾ ਸਰਚੈ। 6 ਦਰਸ਼ਨ ਹਿੰਦੁਸਤਾਨ ਦੇ 6 ਸਕੂਲਸ ਆਫ ਇੰਡੀਅਨ ਫਿਲਾਸਫੀ, 6 ਦਰਸ਼ਨ ਨੇ ਜਿਨ੍ਹਾਂ ਦੇ ਵਿੱਚ ਨਿਆਏ ਦੀ ਗੱਲ ਆ ਜਾਂਦੀ ਹੈ, ਵੈਸ਼ੇਸ਼ਿਕ ਹੈ, ਮੀਮਾਂਸਾ ਹੈ, ਯੋਗ ਹੈ। ਇਹ ਸਾਰੇ ਨੇ, ਇਹ ਜਿਹੜੇ 4 ਨੇ ਨਾ, ਇਹਨਾਂ 4 ਦੇ ਅਧੀਨ ਸਾਂਖ ਹੈ,
ਇਹਨਾਂ ਦੇ ਅਧੀਨ ਹਿੰਦੁਸਤਾਨ ਦੀ ਸਾਈਕੀ ਤਿਆਰ ਹੁੰਦੀ ਹੈ। ਹਿੰਦੁਸਤਾਨ ਦਾ ਧਾਰਮਿਕ ਤੇ ਅਧਾਰਮਿਕ ਸਾਹਿਤ ਇਹਨਾਂ ਦੇ ਦੁਆਰਾ ਬੜਾ ਇਹ ਪ੍ਰਭਾਵ ਪੈਂਦਾ ਹੈ ਇਹਨਾਂ ਛੇਆਂ ਦਾ। ਪਰ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ, ਗੁਰਮੁਖ ਦਰਸ਼ਨ ਦੇਖਣਾ। ਜਿਨ੍ਹਾਂ ਨੇ ਇਹਨਾਂ ਦੀ ਥਾਂ ਦੇ ਉੱਤੇ ਗੁਰੂ ਦੇ ਸਿਧਾਂਤ ਨੂੰ ਲੈ ਲਿਆ ਹੈ ਨਾ, ਉਹ ਇਹਨਾਂ ਛੇਆਂ ਦਰਸ਼ਨਾਂ ਦੇ ਸਿਧਾਂਤਾਂ ਦੇ ਵਿੱਚ ਨਹੀਂ ਜਾਂਦੇ। ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ, ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ। ਸੰਸਾਰ ਛੇਆਂ ਸ਼ਾਸਤਰਾਂ ਨੂੰ ਸੋਚ ਕੇ ਚੱਲਦਾ ਹੈ, ਪਰ ਸਿੱਖੀ ਦੇ ਵਿੱਚ ਕੀ ਹੈ, ਗੁਰੂ ਦਾ ਦਰਸ਼ਨ ਇਹਨਾਂ ਸਾਰਿਆਂ ਤੋਂ ਉੱਤੇ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਹੋਰਨਾਂ ਫਿਲਾਸਫੀਆਂ ਦੇ ਵੱਲ ਨਹੀਂ ਤੁਰੇ ਫਿਰਦੇ ਵੀ ਉਹਦਾ ਸਿਧਾਂਤ ਆ ਤੇ ਇਹਦਾ ਸਿਧਾਂਤ ਆ, ਨਹੀਂ। ਉਹਨਾਂ ਲਈ ਸਿਰਫ ਗੁਰਮੁਖ ਸਿਧਾਂਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਿਧਾਂਤ ਹੈ ਵੀ ਮਹਾਰਾਜ ਦੀ ਬਾਣੀ ਸਾਨੂੰ ਕੀ ਕਹਿ ਰਹੀ। ਗੁਰਮੁਖ ਦਰਸ਼ਨ ਦੇਖਣਾ, ਛੇ ਦਰਸ਼ਨ ਪਰਸਣ ਨਾ ਸਰਚੈ, ਗੁਰਮੁਖ ਨਿਹਚਲ ਮਤ ਹੈ। ਗੁਰਮੁਖਾਂ ਦੀ ਜਿਹੜੀ ਮਤ ਹੈ ਨਾ, ਉਹ ਅਡੋਲ ਰਹਿਣ ਵਾਲੀ ਹੈ। ਐਵੇਂ ਵਾਰ-ਵਾਰ ਡੋਲਦੀ ਨਹੀਂ ਵੀ ਉਹਨੇ ਪਿੱਛੇ ਲਾ ਲਿਆ ਤੇ ਹੁਣ ਉਹਦੇ ਕੋਲ ਤੁਰ ਕੇ ਚਲੇ ਗਏ, ਬਸ ਦੂਜੇ ਨੇ ਪਿੱਛੇ ਲਾ ਲਿਆ ਤੇ ਦੂਜੇ ਕੋਲ ਚਲੇ ਗਏ। ਆਪਾਂ ਥੋੜ੍ਹੇ ਦਿਨ ਪਹਿਲਾਂ ਭਾਈ ਤਿਲਕਾ ਜੀ ਦਾ ਜੀਵਨ ਪੜ੍ਹਿਆ ਹੈ, ਜਿਹਦੇ ਵਿੱਚ ਸਾਧੂ ਆ ਕੇ ਕਹਿੰਦਾ ਵੀ ਮੇਰੇ ਦਰਸ਼ਨ ਕਰ ਲਓ, ਤੁਹਾਨੂੰ ਸਵਰਗ ਦੇ ਦਰਸ਼ਨ ਹੋਣਗੇ। ਭਾਈ ਤਿਲਕਾ ਜੀ ਕਹਿੰਦੇ ਮੈਂ ਤੇਰੇ ਦਰਸ਼ਨ ਵੀ ਨਹੀਂ ਕਰਨੇ, ਉਹਦੇ ਆਉਣ ਤੋਂ ਪਹਿਲਾਂ ਦਰਵਾਜ਼ੇ ਬੰਦ ਕਰ ਲੈ। ਇੱਦਾਂ ਹੈ, ਇਹ ਨਹੀਂ ਵੀ ਜਿੰਨੇ ਗੱਲੀ ਲਾ ਲਿਆ ਉਹਦੇ ਪਿੱਛੇ ਲੱਗ ਕੇ ਤੁਰ ਪਏ ਵੀ ਹਾਂ ਨਵੇਂ ਬਾਬਾ ਜੀ ਪ੍ਰਗਟ ਹੋਏ ਨੇ ਤੇ ਚਲੋ ਜਾ ਕੇ ਵੇਖ ਆਈਏ। ਨਹੀਂ, ਇੱਦਾਂ ਨਹੀਂ। ਦ੍ਰਿੜਤਾ ਕਿੰਨੀ ਕੁ ਹੈ ਗੁਰਮੁਖ ਦੇ ਜੀਵਨ ਦੇ ਵਿੱਚ। ਗੁਰਮੁਖ ਨਿਹਚਲ ਮਤ ਹੈ, ਉਹਦੀ ਮਤ ਨਿਹਚਲ ਹੈ। ਦੂਜੇ ਭਾਏ ਲੁਭਾਏ ਨਾ ਪਚੈ, ਦੂਜੇ ਭਾਵ ਦੇ ਵਿੱਚ ਕਦੀ ਲੋਭੀ ਹੁੰਦਾ ਹੀ ਨਹੀਂ। ਭਾਈ ਨਾ ਤੇ ਉਹ ਕਿਰਤਕਾਰ ਕਰਦਿਆਂ ਲੋਭੀ ਹੈ ਤੇ ਨਾ ਉਹ ਕਿਸੇ ਦਾ ਹੱਕ ਮਾਰਦਿਆਂ ਇਦਾਂ ਦੇ ਖਿਆਲ ਪੈਦਾ ਕਰਦਾ ਹੈ। ਬਿਲਕੁਲ ਲੋਭ ਤੋਂ ਰਹਿਤ ਹੈ ਉਹ ਗੁਰਮੁਖ। ਫਿਰ ਕੀ ਹੈ, ਗੁਰਮੁਖ ਸ਼ਬਦ ਕਮਾਵਣਾ। ਕਰਦਾ ਕੀ ਰਹਿੰਦਾ ਹੈ ਸਾਰਾ ਦਿਨ? ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਕਮਾਉਂਦਾ ਹੈ ਸਾਰਾ ਦਿਨ, ਸ਼ਬਦ ਦੀ ਕਮਾਈ ਕਰਦਾ ਹੈ। ਸ਼ਬਦ ਕਮਾਈਐ ਖਾਈਐ ਸਾਰ। ਸ਼ਬਦ ਨੂੰ ਕਮਾਉਣਾ ਕੀ ਹੈ ਵੀ ਜਿਹੜਾ ਅਸੀਂ ਸ਼ਬਦ ਸੁਣ ਲਿਆ ਹੈ, ਅੱਜ ਜਿੰਨੀ ਅਸੀਂ ਗੱਲ ਸੁਣ ਲਈ ਹੈ ਜਾਂ ਅਸੀਂ ਪਿੱਛੇ ਪਾਠ ਸੁਣਿਆ ਹੈ, ਉਸ ਸ਼ਬਦ ਨੂੰ ਅਸੀਂ ਜ਼ਿੰਦਗੀ 'ਚ ਕਿੰਨਾ ਕੁ ਲਾਗੂ ਕਰਦੇ ਹਾਂ, ਇਹਨੂੰ ਕਿਹਾ ਜਾਂਦਾ ਹੈ ਸ਼ਬਦ ਕਮਾਉਣਾ। ਜੋ ਸ਼ਬਦ ਕਹਿੰਦਾ ਹੈ ਉਹਨੂੰ ਜ਼ਿੰਦਗੀ 'ਚ ਲੈ ਕੇ ਆਉਣਾ। ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਹਨੂੰ ਜ਼ਿੰਦਗੀ 'ਚ ਲੈ ਕੇ ਆਉਣਾ, ਉਹਨੂੰ ਕਿਹਾ ਜਾਂਦਾ ਹੈ ਸ਼ਬਦ ਕਮਾਉਣਾ। ਗੁਰਮੁਖ ਸ਼ਬਦ ਕਮਾਵਣਾ। ਭਾਈ ਸਾਰਾ ਦਿਨ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਗੁਰਮੁਖ। ਤੇ ਫਿਰ ਕੀ ਹੈ, ਪੈਰੀ ਪੈ ਰਹ ਰਾਸ ਨਾ ਹਚੈ। ਉਹਦੀ ਜ਼ਿੰਦਗੀ ਦਾ ਰਸਤਾ ਕੀ ਹੈ, ਰਾਹ ਦੀ ਪੂੰਜੀ ਕੀ ਹੈ? ਉਹ ਹੈ ਪੈਰੀ ਪੈਣਾ, ਮਤਲਬ ਸੰਗਤ ਦੀ ਨਿਮਰਤਾ ਦੇ ਵਿੱਚ ਸੇਵਾ ਕਰਨੀ। ਠੀਕ ਹੈ, ਸਾਰਾ ਦਿਨ ਸ਼ਬਦ ਪੜ੍ਹਦਾ ਰਹਿੰਦਾ ਹੈ, ਵਾਹਿਗੁਰੂ ਕਰਦਾ ਰਹਿੰਦਾ ਹੈ, ਜਾਪ ਕਰਦਾ ਰਹਿੰਦਾ ਹੈ, ਬਾਣੀ ਪੜ੍ਹਦਾ ਰਹਿੰਦਾ ਹੈ, ਪਰ ਫਿਰ ਵੀ ਕੀ ਕਰਦਾ ਹੈ, ਸੰਗਤ ਦੀ ਨਿਰਮਾਣਤਾ ਦੇ ਨਾਲ ਸੇਵਾ ਕਰਦਾ ਹੈ, ਨੀਵੇਂ ਰਹਿ ਕੇ ਸੇਵਾ ਕਰਦਾ ਹੈ। ਆਖਰੀ ਬੋਲ ਨੇ ਇਸ ਪੌੜੀ ਦੇ, ਗੁਰਮੁਖ ਭਾਏ ਭਗਤ ਚਹਿ ਮੱਚੈ। ਜਿਹੜਾ ਗੁਰਮੁਖ ਹੈ ਨਾ, ਉਹ ਪਿਆਰ ਦੀ ਭਗਤੀ ਦੇ ਵਿੱਚ ਮਸਤ ਰਹਿੰਦਾ ਹੈ। ਇੱਕ ਭਗਤੀ ਹੁੰਦੀ ਹੈ ਜਿਹੜੀ ਭਗਤੀ ਕੀਤਿਆਂ ਨਾ ਬੰਦੇ ਦਾ ਸਿਰ ਜਿਹਾ ਨੀਵਾਂ ਹੋ ਜਾਂਦਾ ਵੀ ਹਾਏ ਪਤਾ ਨਹੀਂ ਕੀ ਹੋਣਾ ਤੇ ਪਤਾ ਨਹੀਂ ਕੀ ਨਹੀਂ ਹੋਣਾ। ਉਹ ਕਾਹਦੀ ਭਗਤੀ ਹੋਈ? ਭਾਈ ਗੁਰਦਾਸ ਸਾਹਿਬ ਕਹਿੰਦੇ ਪਿਆਰ ਦੀ ਭਗਤੀ ਕਰਦਾ ਤੇ ਇਸ ਭਗਤੀ ਨੂੰ ਕਰਕੇ ਉਹਦੇ ਅੰਦਰ ਚਾਅ ਚੜ੍ਹ ਜਾਂਦਾ ਹੈ। ਸਾਰਾ ਦਿਨ ਚਾਅ ਦੇ ਵਿੱਚ ਰਹਿੰਦਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਨਾ, ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਖੇੜਾ ਹੈ। ਉਹਦੇ ਚਿਹਰੇ ਦੇ ਉੱਤੇ ਤੁਹਾਨੂੰ ਕਦੀ ਮਾਯੂਸੀ ਨਜ਼ਰ ਨਹੀਂ ਆਵੇਗੀ, ਉਹ ਤੁਹਾਨੂੰ ਕਦੇ ਵੀ ਡਿੱਗਿਆ ਹੋਇਆ ਨਜ਼ਰ ਨਹੀਂ ਆਵੇਗਾ। ਜ਼ੁਬਾਨੀ ਕਲਾਮੀ ਨਹੀਂ ਕਹਿੰਦਾ ਵੀ ਚੜ੍ਹਦੀ ਕਲਾ ਹੈ, ਨਹੀਂ, ਉਹਦੀ ਵਾਕਿਆ ਹੀ ਹਰ ਵੇਲੇ ਚੜ੍ਹਦੀ ਕਲਾ ਹੈ। ਗੁਰਮੁਖ ਭਾਏ ਭਗਤ ਚਹਿ ਮੱਚੈ, ਨਾਲੇ ਤੇ ਪਿਆਰ ਦੀ ਭਗਤੀ ਕਰਦਾ ਹੈ, ਨਾਲੇ ਸਾਰਾ ਦਿਨ ਆਨੰਦ ਦੇ ਵਿੱਚ ਰਹਿੰਦਾ ਹੈ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਜਿਹੜਾ ਹੈ ਇਹ ਪੌੜੀ ਦੇ ਵਿੱਚ ਸਾਨੂੰ ਸਮਝਾਇਆ ਹੈ। ਲਗਭਗ ਅੱਗੇ ਵੀ ਇਹੋ ਵਿਸ਼ਾ ਇਸ ਪਾਸੇ ਦਾ ਹੈ। ਮਹਾਰਾਜ ਕਿਰਪਾ ਕਰੇ ਅਸੀਂ ਸਿੱਖੀ ਸਿੱਖਣ ਦੇ ਲਈ ਬੈਠਦੇ ਹਾਂ ਤੇ ਜ਼ਰੂਰ ਇਹਨਾਂ ਪੌੜੀਆਂ ਦੇ ਵੱਲ ਧਿਆਨ ਦਿਓ। ਗੁਰਮੁਖਤਾਈ ਬਖਸ਼ਿਸ਼ ਕਰੇ ਸਤਿਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਆਵੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।